ਵਾਹਿਗੁਰੂ ਸਾਹਿਬ ਜੀਓ। ਦੋਹਰਾ ਚੰਦ ਬਦਨ ਸੁਮਤੀ ਸਦਨ ਕੁਮਤ ਨਿਕਦਲ ਉਦਾਰ। ਰੂਪ ਉਮਾ ਬਾਨੀ ਰਮਾ ਤਾਂਕੋ ਨਮੋ ਅਪਾਰ। ਚੰਦ ਬਦਨ ਸੁਮਤੀ ਸਦਨ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਗਰੀਬ ਨਵਾਜ ਅੰਤਰਜਾਮੀ ਭਗਤ ਵਚਲ ਕਿਰਪਾ ਦੇ ਖਜ਼ਾਨੇ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਪਰਮ ਪਾਵਨ ਪਵਿੱਤਰ ਹਜ਼ੂਰੀ ਵਿੱਚ ਸਜੀ ਹੋਏ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀ, ਧੰਨ ਧੰਨ ਸਤਿਗੁਰੂ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਦਾ ਪਾਵਨ ਪਵਿੱਤਰ ਪ੍ਰਸੰਗ ਸ਼ਰਵਣ ਕਰ ਰਹੇ ਹਾਂ। ਚੱਲ ਰਹੀ ਲੜੀਵਾਰ ਕਥਾ 25ਵਾਂ ਪ੍ਰਸੰਗ ਪ੍ਰਾਰੰਭ ਹੋ ਰਿਹਾ ਹੈ। ਸੋ ਜਿਸ ਦੇ ਵਿੱਚ ਸਭ ਤੋਂ ਪਹਿਲਾਂ ਸਰਸਵਤੀ ਦਾ ਮੰਗਲ ਕਰਨਾ ਕਵੀ ਜੀ ਨੇ। ਸੋ ਇਸ ਤਰ੍ਹਾਂ ਇਹ 25ਵਾਂ ਪ੍ਰਸੰਗ ਬਾਬਾ ਮੂਲ ਚੰਦ ਜੀ ਅਤੇ ਚੰਦੋ ਰਾਣੀ ਦੇ ਸੰਬੰਧ ਵਿੱਚ ਹੈ, ਜੋ ਮਹਾਰਾਜ ਦੇ ਸੱਸ ਅਤੇ ਸਹੁਰਾ ਲੱਗਦੇ ਨੇ। ਇਸ ਪ੍ਰਕਾਰ ਆ ਕੇ ਉਹਨਾਂ ਨੇ ਨਾ ਸਮਝੀ ਹੁੰਦਿਆਂ ਹੋਇਆਂ ਗੁਰੂ ਨਾਨਕ ਦੇਵ ਜੀ ਨੂੰ ਨਹੀਂ ਪਛਾਣਿਆ। ਇਸ ਤਰ੍ਹਾਂ ਆ ਕੇ ਮਹਾਰਾਜ ਨੂੰ ਸਮਝਾਉਂਦੇ ਹਨ ਜਿਵੇਂ ਸੰਸਾਰੀ ਜੀਵ ਨੂੰ ਸਮਝਾਈਦਾ ਹੈ। ਸ਼ਰਵਣ ਕਰਦੇ ਹਾਂ ਪ੍ਰਸੰਗ, ਰਸਨਾ ਨੂੰ ਕਰੀਏ ਪਵਿੱਤਰ। ਪਿਆਰ ਸਤਿਕਾਰ ਨਾਲ ਗੱਜ ਕੇ ਆਖੋ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਵਾਹਿਗੁਰੂ ਸਾਹਿਬ ਜੀਓ। ਦੋਹਰਾ ਚੰਦ ਬਦਨ ਸੁਮਤੀ ਸਦਨ ਕੁਮਤ ਨਿਕਦਨ ਉਦਾਰ। ਸਰਸਵਤੀ ਦਾ ਮੰਗਲ ਕਰਦਿਆਂ ਹੋਇਆ ਪਹਿਲਾਂ 10 ਸਰੂਪਾਂ ਦਾ ਮੰਗਲ ਕੀਤਾ, ਉਪਰੰਤ ਗੁਰੂ ਗ੍ਰੰਥ ਸਾਹਿਬ ਦਾ ਮੰਗਲ, ਗੁਰਬਾਣੀ ਦਾ ਮੰਗਲ ਹੋਇਆ ਹੈ। ਅਤੇ ਹੁਣ ਸਰਸਵਤੀ ਤੋਂ ਭਾਵ ਜੋ ਵਿਦਿਆ ਹੈ, ਜਿਹਦੇ ਨਾਲ ਕਵਿਤਾ ਸਫੁਰਨ ਹੁੰਦੀ ਹੈ ਇਨਸਾਨ ਦੇ ਅੰਦਰ, ਉਹ ਸ਼ਕਤੀ ਪਰਮਾਤਮਾ ਦੀ, ਜਿਸ ਦੇ ਨਾਲ ਇਨਸਾਨ ਨੂੰ ਬੋਲਣ ਦੀ ਤਾਕਤ, ਸੂਝਵਾਨ ਹੋਣ ਦੀ ਤਾਕਤ ਆਉਂਦੀ ਹੈ। ਉਸ ਦਾ ਮੰਗਲ ਕਰਕੇ ਉਸ ਨੂੰ ਵੀ ਪ੍ਰਸੰਨ ਕਰ ਰਹੇ ਹਨ। ਜੋ ਕਵੀਆਂ ਦੀ ਇੱਕ ਰੀਤੀ ਹੈ ਉਹਨੂੰ ਪੂਰਾ ਕਰਦੇ ਨੇ। ਚੰਦ ਬਦਨ ਸੁਮਤੀ ਸਦਨ, ਚੰਦਰਮਾ ਵਰਗੇ ਸੋਹਣੇ ਮੁਖੜੇ ਵਾਲੀ, ਜੋ ਸ੍ਰੇਸ਼ਟ ਮਤੀ ਦਾ ਘਰ ਹੈ, ਸ੍ਰੇਸ਼ਟ ਬੁੱਧੀ ਦਾ, ਕੁਮਤ ਨਿਕਦਨ ਉਦਾਰ, ਖੋਟੀ ਬੁੱਧੀ ਦੇ ਕੱਟ ਸਿੱਟਣ ਵਾਲੀ ਅਤੇ ਜੋ ਖੁੱਲ੍ਹੇ ਦਿਲ ਵਾਲੀ ਹੈ। ਰੂਪ ਉਪਮਾ ਬਾਨੀ ਰਮਾ ਤਾਂਕੋ ਨਮੋ ਹਮਾਰ। ਸੋ ਇਸ ਤਰ੍ਹਾਂ ਦਾ ਜਿਸ ਦਾ ਸਰੂਪ ਹੈ ਵਿਦਿਆ, ਵੀਰਤਾ ਤੇ ਪ੍ਰਾਪਤੀ, ਇਹ ਜਿਹੜਾ ਉਹਨਾਂ ਦਾ ਸਰੂਪ ਕਥਨ ਕੀਤਾ ਹੈ, ਰੂਪ ਉਮਾ ਬਾਣੀ ਰਮਾ ਤਾਂਕੋ ਨਮੋ ਹਮਾਰ। ਰੂਪ ਉਮਾ ਬਾਣੀ ਰਮ ਜਿਹੜਾ ਸਰੂਪ ਹੈ, ਅਤੇ ਉਮਾ ਬਾਣੀ ਤੇ ਰਮਾ ਹੁੰਦੀ, ਰਮਾ ਹੁੰਦੀ ਹੈ ਯੁੱਧ ਦੀ ਦੇਵੀ, ਵਿਦਿਆ ਦੀ ਦੇਵੀ ਤੇ ਸੁਭਾਗਤਾ ਦੀ ਦੇਵੀ, ਜਿਹਦੇ ਸਰੂਪ ਵਿੱਚ 3 ਮੰਗਲ ਨੇ, ਵੀਰਤਾ, ਵਿਦਿਆ ਤੇ ਪ੍ਰਾਪਤੀ। ਇਹਨਾਂ ਨੂੰ ਸਾਡੀ ਨਮਸਕਾਰ ਹੈ। ਸ੍ਰੀ ਬਾਲਾ ਸੁੰਦਰਬਾਚ ਚੌਪਈ ਅਸ ਪ੍ਰਕਾਰ ਕਛ ਸਮਾਂ ਬਿਤਾਇਓ। ਭਾਈ ਬਾਲਾ ਜੀ ਸੰਧੂ ਗੋਤ ਵਾਲੇ ਇਸ ਪ੍ਰਕਾਰ ਕਥਨ ਕਰਦੇ ਨੇ। ਇਸ ਤਰੀਕੇ ਨਾਲ ਸ੍ਰੀ ਸੁਲਤਾਨਪੁਰ ਸਾਹਿਬ ਗੁਰੂ ਨਾਨਕ ਦੇਵ ਮਹਾਰਾਜ ਨੇ ਜੋ ਸਮਾਂ ਬਤੀਤ ਕੀਤਾ ਹੈ। ਤੁਮ ਗਿਓ ਨੇਹੋ ਅਧਿਕ ਮਨ ਤਾ ਮਿਲਣ ਹੇਤ ਤਾ ਮੂਲਾ ਆਇਓ। ਹੁਣ ਮਨ ਦੇ ਅੰਦਰ ਬਹੁਤ ਉਤਸ਼ਾਹ, ਪਿਆਰ, ਪ੍ਰੇਮ ਜਾਗਿਆ ਹੈ ਮਿਲਣ ਵਾਸਤੇ ਆਪਣੀ ਸਪੁੱਤਰੀ ਨੂੰ, ਮਾਤਾ ਸੁਲੱਖਣੀ ਜੀ ਨੂੰ। ਉਹਨਾਂ ਦੇ ਪਿਤਾ ਜੀ ਬਾਬਾ ਮੂਲ ਚੰਦ ਜੀ ਅਤੇ
ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਦੇ ਜੋ ਸਹੁਰਾ ਸਾਹਿਬ ਹਨ ਉਹ ਮਿਲਣ ਵਾਸਤੇ ਆਏ ਹਨ। ਸਦਨ ਸੁਤਾ ਕੇ ਪ੍ਰਵੇਸ਼ਿਓ ਜਾਵਹੀ। ਆਪਣੀ ਪੁੱਤਰੀ ਦੇ ਘਰ ਵਿੱਚ ਆ ਕੇ ਜਦੋਂ ਉਹਨਾਂ ਨੇ ਪ੍ਰਵੇਸ਼ ਕੀਤਾ, ਹਮ ਗਿਓ ਨੇਹੋ ਅਧਿਕ ਮਨ ਤਾਵਹੀ। ਮਨ ਦੇ ਅੰਦਰ ਬਹੁਤ ਪਿਆਰ ਵੱਧ ਗਿਆ ਉਹਦੇ ਪ੍ਰਤੀ। ਉਥੇ ਸੁਲੱਖਣੀ ਲੋਚਨ ਨੀਰਾ। ਮਾਤਾ ਸੁਲੱਖਣੀ ਜੀ ਉੱਠੇ ਹਨ, ਅੱਖਾਂ ਵਿੱਚ ਬਹੁਤ ਜਲ ਭਰ ਆਇਆ। ਪਰ ਆਵਾਇਰ ਭਈ ਅਧੀਰਾ। ਮਨ ਦੇ ਅੰਦਰ ਅਧੀਰ ਹੋਈ, ਧੀਰਜ ਤੋਂ ਰਹਿਤ, ਜਿਨ੍ਹਾਂ ਦੇ ਅੱਖਾਂ ਵਿੱਚ ਜਲ ਭਰ ਆਇਆ। ਪਿਤਸਾ ਮਿਲ ਰੋਵਨ ਬਹੁ ਲਾਗੀ। ਪਿਤਾ ਦੇ ਨਾਲ ਮਿਲ ਕਰਕੇ ਗਲ ਲੱਗ ਕੇ ਬਹੁਤ ਰੋਈ ਹੈ। ਮਨ ਦੁਖ ਤੇ ਜਨ ਕਰਨਾ ਪਾਗੀ। ਕਰਨਾ ਰਸ ਵਿੱਚ ਭਿੱਜ ਕੇ ਭਾਵ ਰੋ ਕੇ ਬਹੁਤ ਜ਼ਿਆਦੇ ਮਨ ਦਾ ਦੁੱਖ ਆਪਣੇ ਹੰਝੂਆਂ ਦੇ ਰਾਹੀਂ ਪ੍ਰਗਟ ਕੀਤਾ ਹੈ। ਅਸਰ ਪਾਤ ਸੋਂ ਚੀਰ ਭਿਗੋਵਾ। ਹੰਝੂ ਡਿੱਗਣ ਨਾਲ ਜਿਹੜਾ ਕੱਪੜਾ ਸੀ ਉਹ ਭਿੱਜ ਗਿਆ। ਜਨ ਦੁਖ ਆਪਣੋ ਮਲ ਮਲ ਧੋਵਾ। ਮਨੋਂ ਜਿਹੜਾ ਆਪਣਾ ਦੁੱਖ ਸੀ ਉਹ ਮਲ ਮਲ ਕੇ ਧੋਣਾ ਕੀਤਾ ਹੈ। ਮੋਹਰ ਬੈਸ ਕਰ ਪਿਤਾ ਬਸਾਵਾ। ਫਿਰ ਉਸ ਵਕਤ ਉਸ ਥਾਂ ਦੇ ਉੱਤੇ ਆਪ ਬੈਠ ਕੇ ਪਿਤਾ ਜੀ ਨੂੰ ਬਿਠਾ ਲਿਆ ਕੋਲ। ਨਿਜ ਦੁੱਖ ਕ੍ਰਮ ਕ੍ਰਮ ਸਭ ਹੈ ਸੁਣਾਵਾ। ਆਪਣਾ ਜਿਹੜਾ ਦੁੱਖ ਸੀ ਉਹ ਕੱਲਾ ਕੱਲਾ ਕਰਕੇ ਸੁਣਾਉਣਾ ਕੀਤਾ। ਮੋਚਨ ਲੋਚਨ ਬੂੰਦਨ ਨੀਰਾ। ਛੱਡਦੇ ਹਨ ਨੈਣ ਪਾਣੀ ਦੀਆਂ ਬੂੰਦਾਂ ਅਤੇ ਨਾਲ ਨਾਲ ਦੁੱਖ ਦੱਸ ਰਹੇ ਹਨ। ਕਹਿਤ ਬਚਨ ਕੋ ਹੋਤ ਅਧੀਰਾ। ਬੜਾ ਬੇਹੌਸਲਾ ਹੋ ਕੇ ਆਪਣੀ ਸਾਰੀ ਗੱਲ ਸੁਣਾਈ ਹੈ। ਸੋਨ ਪਿਤ ਭਲੇ ਸੰਗ ਹੋ ਲਾਈ। ਇਹ ਪਿਤਾ ਜੀ ਸੁਣੋ, ਭਲੇ ਥਾਂ ਦੇ ਉੱਤੇ ਮੇਰਾ ਰਿਸ਼ਤਾ ਕੀਤਾ ਹੈ ਤੁਸੀਂ। ਜੈ ਨਕੀਤ ਕੀ ਚਿੰਤਨਾ ਕਾਈ। ਜਿਨ੍ਹਾਂ ਨੂੰ ਘਰ ਦੀ ਆਪਣੇ ਦੀ ਮੇਰੀ ਕੋਈ ਚਿੰਤਾ ਨਹੀਂ ਹੈ। ਕਰ ਸੰਬੰਧ ਡੋਬ ਤੁਮ ਦੀਨੀ। ਇੱਥੇ ਸੰਬੰਧ ਕਰਕੇ ਤਾਂ ਮੈਨੂੰ ਤੁਸੀਂ ਡੋਬ ਹੀ ਦਿੱਤਾ। ਭਾਵ ਕਹਿਣ ਦਾ ਕਿ ਗੁਰੂ ਨਾਨਕ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਵਿਰਾਗ ਮੂਰਤੀ, ਤਿਆਗ ਮੂਰਤੀ, ਅਕਾਲ ਮੂਰਤ ਜੋ ਸਰੂਪ ਹੈ ਏਡਾ ਵੱਡਾ, ਇਸ ਸਰੂਪ ਦੀ ਹਰ ਰਜਾ ਵਿੱਚ ਚੱਲਣਾ, ਉਹਨੂੰ ਸਮਝਣਾ ਸਧਾਰਨ ਮਨੁੱਖ ਦੀ ਗੱਲ ਨਹੀਂ ਹੈ। ਇੱਥੇ ਕੋਈ ਸਮਝ ਨਹੀਂ ਸਕਦਾ ਕਿ ਇਹਨਾਂ ਦੇ ਨਾਲ ਇਹ ਵਰਤਣਾ ਕਿਵੇਂ ਹੈ, ਕਿਉਂਕਿ ਮਹਾਰਾਜ ਸੱਚੇ ਪਾਤਸ਼ਾਹ ਬਹੁਤ ਵਿਰਾਗ ਤਿਆਗ ਵਿੱਚ ਰਹਿੰਦੇ ਨੇ। ਇਸ ਤਰ੍ਹਾਂ ਅਚਾਨਕ ਇਹ ਮਾਇਆ ਦਾ ਤੇ ਈਸ਼ਰ ਦਾ ਸੰਬੰਧ ਜਿਹੜਾ ਹੈ, ਮਾਇਆ ਦਾ ਸੁਭਾਅ ਵੱਖਰਾ ਹੈ, ਉਹ ਚਾਹੁੰਦੀ ਹੈ ਬਹੁਤ ਖਿਲਾਰਾ ਆਸੇ ਪਾਸੇ ਦਾ। ਪਰਮੇਸ਼ਰ ਚਾਹੁੰਦੇ ਨੇ ਮਾਇਆ ਤੋਂ ਨਿਰਲੇਪਤਾ। ਇਸ ਤਰ੍ਹਾਂ ਦਾ ਇੱਕ ਦਿਖਾਇਆ ਕਿ ਉਸ ਥਾਂ ਦੇ ਉੱਤੇ ਆ ਕਰਕੇ ਜੋ ਮਹਾਰਾਜ ਸੱਚੇ ਪਾਤਸ਼ਾਹ ਸ੍ਰਿਸ਼ਟੀ ਤੇ ਆਏ ਨੇ, ਉਹਨਾਂ ਦੇ ਨਾਲ ਜਿਹੜਾ ਵੀ ਮਿਲਦਾ ਹੈ, ਬੇਬੇ ਨਾਨਕੀ ਤੋਂ ਬਿਨਾਂ, ਰਾਏ ਬਲਾਰ ਤੋਂ ਬਿਨਾਂ, ਮਹਾਰਾਜ ਨੂੰ ਕੋਈ ਸਮਝ ਨਹੀਂ ਸਕਿਆ। ਕਿਉਂਕਿ ਅਣਜਾਣ ਸੰਸਾਰੀ ਲੋਕਾਂ ਦੀ ਆਮ ਤੌਰ 'ਤੇ, ਸਮਾਜਿਕ ਤੌਰ 'ਤੇ, ਦੁਨਿਆਵੀ ਤੌਰ 'ਤੇ ਆਮ ਜੀਆਂ ਗੱਲਾਂ ਹੁੰਦੀਆਂ ਨੇ। ਰੋਟੀ ਖਾਣੀ ਹੈ, ਹੁਣ ਦੁਪਹਿਰ ਦੀ ਰੋਟੀ ਖਾਣੀ ਹੈ, ਫਿਰ ਰਾਤ ਦੀ ਕੰਮਕਾਰ ਕਰ ਲਿਆ, ਰਾਤ ਨੂੰ ਸੌਂ ਲਿਆ, ਬਾਲ ਬੱਚੇ ਹੋ ਗਏ, ਉਹ ਪੜ੍ਹਾ ਲਏ, ਵਿਆਹ ਲਏ, ਲਿਖਾ ਲਏ, ਅੱਗੇ ਉਹਨਾਂ ਦੇ ਬੱਚੇ ਹੋ ਗਏ। ਇਸ ਤਰ੍ਹਾਂ ਇੱਕ ਸਰਲ ਜੀ ਜ਼ਿੰਦਗੀ ਜਿਉਣ ਗਿੱਝੇ ਜਿਹੜੇ ਮਨੁੱਖ ਨੇ, ਉਹ ਹੁਣ ਤਿੰਨਾਂ ਲੋਕਾਂ ਦੇ ਮਾਲਕ ਨਾਲ ਉਹਨਾਂ ਨੂੰ ਰਹਿਣਾ ਕਰਨਾ, ਉਸ ਤਰ੍ਹਾਂ ਦਾ ਜੀਵਨ ਬਤੀਤ ਕਰਨਾ, ਰਸਾਂ ਕਸਾਂ ਤੋਂ ਬਿਨਾਂ, ਤਿਆਗ ਤੋਂ ਬਿਨਾਂ ਜਿਹੜਾ ਜੀਵਨ ਹੈ, ਉਹ ਚਾਹੁੰਦੇ ਨੇ ਕਿ ਅਸੀਂ ਸੰਸਾਰੀ ਜੀਵਨ ਜਿਉਈਏ ਜਿਵੇਂ ਆਮ ਲੋਕਾਂ ਦੀ ਮਨ ਦੀ ਇੱਕ ਧਾਰਨਾ ਬਣੀ ਹੁੰਦੀ, ਉਸ ਧਾਰਨਾ ਦੇ ਅਧੀਨ ਉਹ ਜਿਉਣਾ ਚਾਹੁੰਦੇ ਨੇ। ਪਰ ਗੁਰੂ ਨਾਨਕ ਦੇਵ ਮਹਾਰਾਜ ਨੂੰ ਸਮਝਣ ਨੂੰ ਹਲੇ ਮਾਤਾ ਸੁਲੱਖਣੀ ਜੀ ਨੂੰ ਸਮਾਂ ਲੱਗੇਗਾ। ਪੂਰਬ ਜਨਮ ਕਰਮ ਹੀਨੀ। ਹੁਣ ਕਹਿੰਦੇ ਵੀ ਪੂਰਬਲੇ ਜਨਮਾਂ ਦੇ ਵਿੱਚ ਚੰਗੇ ਕਰਮ ਨਹੀਂ ਕੀਤੇ, ਮੈਂ ਕਰਮਾਂ ਤੋਂ ਹੀਣੀ ਹਾਂ। ਮਾਸ 1-2 ਬਹਿਰ ਬਿਤਾਵਹਿ। ਉਹ ਇਹ ਮਹੀਨਾ ਜਿਹੜਾ ਹੈ 1-2 ਮਹੀਨੇ ਤਾਂ ਬਾਹਰ ਹੀ ਕੱਢ ਦਿੰਦੇ ਨੇ ਘਰ ਤੋਂ। ਅਬਨਾ ਸਦਨ ਮਹਿ ਬਦਨ ਦਿਖਾਵਹਿ। ਘਰ ਦੇ ਵਿੱਚ ਤਾਂ ਕਦੇ ਆਉਂਦੇ ਹੀ ਨਹੀਂ, ਆਪਣੇ ਮਸਤ ਫਕੀਰਾਂ ਵਾਂਗੂ ਬਾਹਰ ਹੀ ਰਹਿੰਦੇ ਨੇ। ਜੋ ਨਿਸ ਬਸੈ ਆਨ ਪਰਦੇਸੀ। ਜਿਵੇਂ ਰਾਤ ਨੂੰ ਆ ਕੇ ਪਰਦੇਸੀ ਘਰ ਟਿਕਦਾ। ਔਰ ਨਿਰਮੋਹ ਰੀਤ ਤਿਹ ਤੈਸੀ। ਉਹਨਾਂ ਦੀ ਰੀਤੀ ਇਹੀ ਜੀ ਨਿਰਮੋਹ ਹੈ
ਬਈ ਉਹਨਾਂ ਨੂੰ ਕੋਈ ਮੋਹ ਪਿਆਰ ਕਿਸੇ ਦਾ ਹੈ ਹੀ ਨਹੀਂ। ਅਨਗਨ ਧਨ ਆਪਨ ਪਰ ਆਵਹਿ, ਬਹੁਤ ਪੈਸਾ ਆਉਂਦਾ ਹੈ ਹੱਟੀ ਦੇ ਉੱਤੇ। ਸਰਬ ਸਦਨ ਤੇ ਬਹਿਰ ਲੁਟਾਵਹਿ, ਉਹ ਕੀ ਕਰਦੇ ਨੇ, ਸਾਰਾ ਪੈਸਾ ਘਰ ਤੋਂ ਬਾਹਰ ਗਰੀਬਾਂ ਦੇ ਵਿੱਚ ਵੰਡੀ ਜਾਂਦੇ ਹਨ। ਸੁਤੈ ਕ੍ਰਿਤ ਕੋ ਕਰਤਨ ਸੰਕਾ, ਹੁਣ ਇਹ ਜਿਹੜਾ ਹੈ ਸੁਤੇ ਸਿੱਧੀ ਕਿਰਤ ਕਰਦੇ ਨੇ ਨਿਸ਼ੰਗ ਹੋ ਕੇ, ਘਰ ਦਾ ਜਰਾ ਵੀ ਧਿਆਨ ਨਹੀਂ ਹੈ ਉਹਨਾਂ ਨੂੰ। ਉਹ ਸਮਝਾਏ ਨਾ ਰਹਿ ਸੁਸੰਕਾ, ਹੁਣ ਇਸ ਕਰਕੇ ਕੋਈ ਸਮਝਾਉਂਦਾ ਹੀ ਨਹੀਂ ਹੈ ਉਹਨਾਂ ਦੇ, ਤਾਂ ਹੀ ਕੋਈ ਸਭ ਡਰਦੇ ਨੇ ਉਹਨਾਂ ਤੋਂ, ਪਤਾ ਨਹੀਂ ਕਿਉਂ ਹਰੇਕ ਕੋਈ ਉਹਨਾਂ ਕੋਲੋਂ ਡਰਦਾ ਹੈ। ਗ੍ਰਸਤ ਰੀਤ ਤੈ ਨੀਤ ਘੁਟਾਲੀ, ਗ੍ਰਸਤ ਦੀ ਜਿਹੜੀ ਰੀਤੀ ਹੈ ਇਹਦੇ ਤੋਂ ਘੁਟਾਲੀ ਹੁੰਦੀ, ਉਲਟੇ ਤਰੀਕੇ ਨਾਲ ਚੱਲਦੇ ਹਨ। ਮਨ ਹੋ ਬਨਿਓ ਫਜੂਲਣ ਸਾਲੀ, ਫਜ਼ੂਲੀਆਂ ਦਾ ਸਾਲੀ ਹੁੰਦਾ ਘਰ, ਫਜ਼ੂਲੀਆਂ ਦਾ ਘਰ ਹੀ ਬਣਿਆ ਮਾਨੋ ਐਵੇਂ ਨਿਰਲੇਪਤਾ ਮਹਾਰਾਜ ਵਿੱਚ। ਸਮਝਣ ਵਾਲੇ ਨੂੰ ਸਮਝਣਾ ਚਾਹੀਦਾ। ਮੇਲੀ ਸਦਾ ਵਿਸਾਲ ਫਕੀਰਣ, ਫੇਰ ਘਰਦਿਆਂ ਨਾਲ ਤਾਂ ਗੱਲ ਨਹੀਂ ਕਰਨੀ, ਜਿਹੜੇ ਬਾਹਰ ਫਕੀਰ ਨੇ ਸਾਧੂ ਸੰਤ ਨੇ ਉਹਨਾਂ ਦੇ ਜੋੜੀਦਾਰ ਬਣ ਕੇ ਉਹਨਾਂ ਵਿੱਚ ਬੈਠ ਕੇ ਗੱਲਾਂ ਬਾਤਾਂ ਕਰਦੇ ਨੇ, ਸਾਡੇ ਨਾਲ ਘਰੇ ਆ ਕੇ ਕੋਈ ਗੱਲ ਹੀ ਨਹੀਂ ਕਰਦੇ। ਘਰ ਕੀ ਬੂਝੈ ਪੀਰ ਅਪੀਰਣਾ, ਘਰ ਦੀ ਜਿਹੜੀ ਹੈ, ਘਰ ਦੇ ਵਿੱਚ ਜੋ ਹੈ ਪੀੜਾ, ਉਹਨੂੰ ਨਾ ਪੀੜਾ ਹੀ ਸਮਝਦੇ ਨੇ। ਇੱਥੇ ਕੋਈ ਦੁੱਖ ਹੀ ਨਹੀਂ, ਨਾ ਹੀ ਇੱਥੇ ਕੋਈ ਸੁੱਖ ਹੈ। ਦੁੱਖ ਸੁੱਖ ਘਰ ਦਾ ਜਾਣਦੇ ਹੀ ਨਹੀਂ ਕੀ ਹੁੰਦਾ ਹੈ। ਨਹਿ ਰੰਚਕ ਪਰ ਮਮ ਸਤਕਾਰਾ, ਫਿਰ ਮੇਰਾ ਦੇਖੋ ਰੰਚਕ ਮਾਤਰ ਵੀ ਸਤਕਾਰ ਨਹੀਂ ਕਰਦੇ ਹੈ, ਕਿਉਂਕਿ ਮਹਾਰਾਜ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਆਪ ਬ੍ਰਹਮ ਪਰਮੇਸ਼ਰ ਨੇ, ਬਹੁਤ ਵੱਡੇ ਨੇ, ਇਸ ਕਰਕੇ ਹਨ ਐਸੇ। ਸਹ ਹਿਰਦੈ ਸਭ ਹੀ ਦੁਖ ਭਾਰਾ, ਮੈਂ ਆਪਣੇ ਮਨ ਦੇ ਅੰਦਰ ਭਾਰੀ ਦੁੱਖ ਨੂੰ ਸਹਿਣ ਕਰ ਰਹੀ ਹਾਂ। ਸੰਤ ਸੁਤਾ ਕੇ ਬੈਨ ਦੁਖਾਰੇ, ਸੁਣ ਕੇ ਆਪਣੇ ਪੁੱਤਰੀ ਦੇ ਇਹ ਜਿਹੜੇ ਦੁੱਖ ਦੇਣ ਵਾਲੇ ਬਚਨ ਸਨ। ਮੂਲੇ ਅਸਰਨ ਲੋਚਨ ਡਾਰੇ, ਬਾਬਾ ਮੂਲ ਚੰਦ ਦੀਆਂ ਅੱਖਾਂ ਵਿੱਚੋਂ ਅਥਰੂ ਆ ਗਏ। ਜਰ ਬਰ ਗਇਓ ਹਿਰਦੇ ਕੇ ਮਾਹੀ, ਮਨ ਦੇ ਅੰਦਰ ਜਿਵੇਂ ਬੰਦਾ ਸੜ ਬਲ ਜਾਂਦਾ ਗੱਲਾਂ ਸੁਣ ਕੇ, ਇਸ ਤਰ੍ਹਾਂ ਹੋਇਆ। ਅਦ ਕਰੋਸ ਕਰ ਕੈ ਪਛਤਾਹੀ, ਬਹੁਤ ਗੁੱਸਾ ਕੀਤਾ, ਫਿਰ ਪਛਤਾਵਾ ਕੀਤਾ। ਕਾਲੂ ਕਿਆ ਮੂਲਾ ਜੋ ਕ੍ਰੋਧੀ, ਕਹਿੰਦੇ ਰੱਬ ਰੱਬ ਕਰੋ, ਕਹਿੰਦੇ ਕਾਲੂ ਬਾਬੇ ਨੂੰ ਕਿਹੜਾ ਗੁੱਸਾ ਆਉਂਦਾ, ਜਿਹੜਾ ਮੂਲ ਚੰਦ ਨੂੰ ਗੁੱਸਾ ਆਉਂਦਾ, ਇਹ ਤਾਂ ਉਦੋਂ ਵੀ ਜ਼ਿਆਦਾ 10 ਗੁਣਾ ਗੁੱਸੈਲ ਹੈ। ਨਹਿ ਜਾਣਹਿ ਸ੍ਰੀ ਨਾਨਕ ਸੋਧੀ, ਨਹੀਂ ਇਹ ਜਾਣਦੇ ਕਿ ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੋ ਹਨ ਇਹ ਬਹੁਤ ਬੇਖਬਰ ਹਨ। ਹਿਰਦੇ ਸੁਤਾ ਕੇ ਧੀਰਜ ਦੀਨਾ, ਆਪਣੀ ਪੁੱਤਰੀ ਨੂੰ ਹੀ ਧੀਰਜ ਦਿੱਤਾ ਹੈ। ਉਠਿਓ ਆਪ ਰਿਸ ਮੈਂ ਮਨ ਲੀਨਾ, ਆਪ ਉੱਠੇ ਨੇ ਤੇ ਬੜਾ ਮਨ ਗੁੱਸੇ 'ਚ ਲਿਆਂਦਾ। ਗਇਓ ਜਰਾਮ ਪਾਸ ਤਤਕਾਲਾ, ਭਾਈਆ ਜੈ ਰਾਮ ਦੀ ਦੇ ਕੋਲ ਉਸ ਵਕਤ ਤਤਕਾਲ ਹੀ ਗਏ ਗੁੱਸੇ 'ਚ ਆ ਕੇ। ਮੁਖ ਬੋਲਤ ਦੁਰਬਾਕ ਵਿਸਾਲਾ, ਆਪਣੇ ਮੁਖ ਵਿੱਚੋਂ ਜਿਹੜੇ ਨੇ ਬੜੇ ਖੋਟੇ ਵਾਕ ਕਹੇ ਹਨ ਜਾ ਕੇ। ਤਹਿਸ਼ਨ ਸ੍ਰੀ ਨਾਨਕ ਜੈ ਰਾਮਾ, ਉਸ ਵਕਤ ਗੁਰੂ ਨਾਨਕ ਦੇਵ ਜੀ ਅਤੇ ਭਾਈਆ ਜੈ ਰਾਮ ਜੀ ਵੈਸੇ ਏਕ ਥਾਨ ਅਬਿਰਾਮਾ, ਇੱਕੋ ਥਾਂ ਸੋਹਣੇ ਉੱਤੇ ਸੁੰਦਰ ਥਾਂ ਤੇ ਬੈਠੇ ਸਨ। ਜਬ ਹੈ ਬਿਲੋਕਿਓ ਮੂਲਾ ਆਵਾ, ਜਦੋਂ ਹੀ ਦੇਖਿਆ ਕਿ ਬਾਬਾ ਮੂਲ ਚੰਦ ਜੀ ਆਏ ਨੇ, ਸਨਮਾਨਿਓ ਆਸਨ ਬੈਸਾਵਾ, ਸਨਮਾਨ ਕੀਤਾ ਹੈ। ਉੱਥੇ ਉਸ ਵਕਤ ਆਸਣ ਢਾਹ ਕੇ ਬਿਠਾਏ ਹਨ। ਬੈਸਤ ਬੋਲਿਓ ਗਿਰਾ ਕਠੋਰਾ, ਬੈਠ ਕਰਕੇ ਬੜੀ ਕਠੋਰ ਇਹ ਬਚਨ ਕਹੇ। ਸੁਨ ਜਰਾਮ ਤੂੰ ਦੁਸ਼ਮਨ ਮੋਰਾ, ਜਰਾਮ ਸੁਣ ਤੂੰ ਮੇਰਾ ਦੁਸ਼ਮਣ ਨਿਕਲਿਆ, ਦੁਸ਼ਮਣ। ਪੂਰਬ ਜਨਮ ਸਤੁਰਤਾ ਤੇਰੀ, ਇਹ ਪਿਛਲੇ ਜਨਮ 'ਚ ਤੇਰੀ ਮੇਰੀ ਦੁਸ਼ਮਣੀ ਹੋਣੀ ਆਪਸ ਵਿੱਚ ਕੋਈ। ਜਾਂ ਤੇ ਦਸ਼ਾ ਕਰੀ ਅਸ ਮੇਰੀ, ਇਸੇ ਕਰਕੇ ਤਾਂ ਤੂੰ ਮੇਰੀ ਇਹੋ ਜਿਹੀ ਹਾਲਤ ਬਣਾ ਦਿੱਤੀ ਹੈ। ਜਹ ਜੋ ਸਦਾ ਫਕੀਰਨ ਸੰਗੀ, ਓਏ ਜਿਹੜਾ ਫਕੀਰਾਂ ਦਾ ਸਦਾ ਸੰਗੀ ਹੈ, ਤਾਂ ਕਿ ਹੇਤ ਸੁਤਾ ਮੁਰ ਮੰਗੀ, ਮੇਰੀ ਬੇਟੀ ਇਹਦੇ ਨਾਲ ਤੁਸੀਂ ਮੰਗ ਦਿੱਤੀ ਹੈ, ਫਕੀਰਾਂ ਦੇ ਸੰਗੀ ਨਾਲ। ਬਲ ਹੈ ਫਕੀਰ ਏਕ ਦਿਨ ਮਾਹੀ, ਇਹ ਹੌਲੀ ਹੌਲੀ ਇੱਕ ਦਿਨ ਘਰ-ਬਾਰ ਛੱਡ ਕੇ ਇਹਨਾਂ ਨੇ ਫਕੀਰ ਹੀ ਬਣ ਜਾਣਾ ਹੈ। ਰਚਤ ਕਰ ਹੈ ਸਭ ਸੰਸੈ ਨਾਹੀ, ਇਹ ਗੱਲ ਪੱਕੀ ਆ ਕਿ ਜਿਹੜੇ ਬੰਦੇ ਦੀ ਜਿੱਧਰ ਰੁਚੀ ਹੁੰਦੀ ਆ, ਬੰਦਾ ਉਧਰ ਨੂੰ ਇੱਕ ਦਿਨ ਚਲਿਆ ਹੀ ਜਾਂਦਾ ਹੈ। ਜਾਂ ਕੋ ਜਾਸੋ ਲਾਗਿਓ ਹੇਤਾ, ਜਿਹੜੇ ਬੰਦੇ ਦੀ ਜਿੱਥੇ ਬਿਰਤੀ ਸੁਰਤੀ ਲੱਗ ਜਾਂਦੀ, ਪਿਆਰ ਲੱਗ ਜਾਂਦਾ, ਬੰਤ ਸੋ ਤਸ ਕਹੈ ਸਮਤਨ ਕੀਤਾ, ਇਸ ਕਰਕੇ ਉਹ ਉਹੋ ਜਿਹੀ ਬਣ ਜਾਂਦਾ ਹੈ। ਉਹਦੀ ਬੁੱਧੀ ਜਿਹੜੀ ਆ
ਸਿਆਣੇ ਬੰਦੇ ਕਹਿੰਦੇ ਨੇ ਉਹ ਬੰਦੇ ਦੀਆਂ ਆਦਤਾਂ ਉਹੀਆਂ ਜਿਹੀਆਂ ਬਣ ਜਾਂਦੀਆਂ ਨੇ। ਜੇ ਹਾਂ ਲੱਛਣ ਜਾਣਤ ਐਸੇ, ਜੇ ਮੈਨੂੰ ਪਹਿਲਾਂ ਪਤਾ ਲੱਗ ਜਾਂਦਾ ਵੀ ਇਹਨਾਂ ਦੇ ਲੱਛਣ ਇਹੋ ਜਿਹੇ ਹਨ, ਸੁਤਾ ਸੰਬੰਧ ਕਰਤ ਕਹੁ ਕੈਸੇ, ਫਿਰ ਮੈਂ ਆਪਣੀ ਪੁੱਤਰੀ ਦੀ ਸ਼ਾਦੀ ਇੱਥੇ ਕਦੇ ਵੀ ਨਾ ਕਰਦਾ। ਆਪਨ ਪਰ ਆਵਤ ਬਹੁ ਦਰਬਾ, ਹੱਟੀ ਦੇ ਉੱਤੇ ਇੰਨਾ ਧਨ ਦੌਲਤ ਆਉਂਦਾ ਹੈ, ਬਾਦ ਲਟਾਏ ਫਕੀਰਨ ਸਰਬਾ, ਇਹ ਬਾਦ ਬੇਅਰਥੀ ਫਕੀਰਾਂ ਦੇ ਉੱਤੇ ਸਾਰਾ ਕੁਝ ਲੁਟਾ ਦਿੰਦੇ ਨੇ। ਪੂਰਵ ਜਨਮ ਕਰੇ ਅਗ ਭਾਰੀ, ਇਹ ਪੂਰਬਲੇ ਜਨਮ ਦੇ ਬਹੁਤ ਭਾਰੀ ਪਾਪ ਕੀਤੇ ਹੋਏ ਸਾਡੇ, ਭਇਓ ਜਮਾਤਾ ਤੇ ਤੋ ਦੁਖਕਾਰੀ, ਇਹ ਦੁੱਖ ਦੇ ਦੇਣ ਵਾਲਾ ਜਮਾਈ ਐਸਾ ਮਿਲਿਆ ਸਾਨੂੰ। ਨੈਕ ਨਾ ਮਮਤਾ ਨਿਆ ਸਨਮਾਨਾ, ਇਹ ਮੇਰੀ ਪੁੱਤਰੀ ਦਾ ਬਿਲਕੁਲ ਸਨਮਾਨ ਨਹੀਂ ਕਰਦੇ। ਕਿਨਹ ਨਾ ਸਮਝਾਇਓ ਕਿਆ ਜਾਨਾ, ਕਿਸੇ ਨੇ ਵੀ ਨਹੀਂ ਸਮਝਾਇਆ, ਕੀ ਜਾਣਿਆ ਤੁਸੀਂ। ਭਈ ਦੀਨ ਨਿਤ ਰਹਿਤ ਦੁਖਾਰੀ, ਉਹ ਬਹੁਤ ਦੀਨਤਾ ਸਹਿਤ ਦੁਖਿਆਰੀ ਹੋ ਕੇ ਘਰ 'ਚ ਬੈਠੀ ਰਹਿੰਦੀ ਹੈ। ਮਾਮੇ ਆਗੇ ਨਿਜ ਬ੍ਰਿਥਾ ਉਚਾਰੀ, ਮੇਰੇ ਅੱਗੇ ਉਹਨੇ ਆਪਣੀ ਸਾਰੀ ਪੀੜਾ ਦੱਸੀ ਹੈ। ਉਪਾਲੰਬ ਨਿਸਠੁਰ ਜੁਗ ਜਾਨੀ ਸਾਨੀ, ਇਸ ਤਰ੍ਹਾਂ ਜਦੋਂ ਉਪਾਲੰਬ ਹੁੰਦਾ ਉਲੰਬੇ ਦੇ ਤੌਰ ਤੇ ਕਠੋਰਤਾ ਨਾਲ ਮਿਲੀ ਹੋਈ ਬਾਣੀ ਕਹੀ। ਸੁਨੀ ਜਰਾਮ ਸਰੋਨ ਸਭ ਬਾਨੀ, ਭਾਈਆ ਜੈ ਰਾਮ ਨੇ ਆਪਣੇ ਕੰਨਾਂ ਦੇ ਵਿੱਚ ਇਹ ਗੱਲ ਸੁਣੀ ਜਦੋਂ, ਮਹਿਤਾ ਜੀ ਨਾ ਕੀਜੈ ਰੋਸੂ, ਮਹਿਤਾ ਜੀ ਕਿਸੇ ਪ੍ਰਕਾਰ ਦਾ ਇਹ ਰੋਸ ਨਾ ਕਰੋ ਤੁਸੀਂ, ਪਟਵਾਰੀ ਤੋਂ ਭਾਵ ਹੈ ਦੋਸ ਆਰੋਪਹੁ ਨਹਿ ਬਿਨ ਦੋਸੂ, ਇਹ ਕਿਸੇ ਪ੍ਰਕਾਰ ਤੁਸੀਂ ਦੋਸ਼ ਐਵੇਂ ਹੀ ਨਾ ਲਾਓ, ਤੁਹਾਨੂੰ ਕਿਸੇ ਗੱਲ ਦਾ ਹਲੇ ਪਤਾ ਨਹੀਂ ਹੈ। ਕਿਸੂ ਵਸਤ ਕੇ ਕਮੀ ਨ ਆਜੂ, ਘਰ ਦੇ ਵਿੱਚ ਕਿਸੇ ਤਰ੍ਹਾਂ ਦੀ ਕੋਈ ਕਮੀ ਨਹੀਂ ਹੈ ਤੁਹਾਡੀ ਪੁੱਤਰੀ ਲਈ। ਜੋ ਵਿਧਾਤਾ ਸਰਬ ਸਮਾਜੂ, ਪਰਮਾਤਮਾ ਨੇ ਸਾਰਾ ਕੁਝ ਸਾਨੂੰ ਦਿੱਤਾ ਹੋਇਆ ਹੈ। ਅਸਨ ਬਸਨ ਭੂਖਨ ਧਨ ਭਾਰੀ, ਕੱਪੜਾ ਲੀੜਾ ਗਹਿਣੇ ਪੈਸਾ ਭਾਰੀ ਮਾਤਰਾ 'ਚ ਦਿੱਤਾ, ਬਹੁਤ ਕੁਝ ਦਿੱਤਾ ਰੱਬ ਦਾ। ਖਰਚ ਹੈ ਖਾਵ ਹੈ ਸੁਤਾ ਤੁਮਾਰੀ, ਤੁਹਾਡੀ ਪੁੱਤਰੀ ਖਰਚਦੀ ਹੈ, ਖਾਂਦੀ ਹੈ, ਸਭ ਕੁਝ ਉਹਦੇ ਪਾਸ ਹੈ। ਜਾਹੇ ਵਸਤ ਕੋ ਕਾਜ ਸੋ ਊਰਾ, ਇਸ ਕਰਕੇ ਤੁਸੀਂ ਦੱਸੋ ਇਹਨਾਂ ਚੀਜ਼ਾਂ ਦੀ ਕੋਈ ਕਮੀ ਹੈ ਤਾਂ ਦੱਸੋ। ਪੁੱਤਰੋ ਆਪ ਕਰੋ ਮੈਂ ਪੂਰਾ, ਤੁਸੀਂ ਆਪਣੇ ਮੁਖ ਵਿੱਚੋਂ ਆਖੋ ਤਾਂ ਮੈਂ ਪੂਰਾ ਕਰਦਾ ਹਾਂ। ਮਦਰ ਬਿਨੈ ਪ੍ਰਸ਼ੰਸਾ ਸਾਲੀ, ਮਿੱਠੀ ਉਸਤਤ ਦਾ ਘਰ ਹੈ ਜਦੋਂ ਇਸ ਪ੍ਰਕਾਰ ਕੀਤੀ ਮਿੱਠੀ ਉਸਤਤ ਮਹਾਰਾਜ ਦੀ। ਸਨਮੂਲਾ ਪਾ ਸੀਤਲ ਚਾਲੀ, ਉਸ ਵਕਤ ਬਾਬਾ ਮੂਲ ਚੰਦ ਜੀ ਜਿਹੜੀ ਸੀ ਨਾ, ਉਹਨਾਂ ਦੀ ਚਾਲੀ ਜਿਹੜੀ ਸੀ, ਚਾਲ ਮਰਿਆਦਾ ਬੋਲੀ, ਉਹ ਕੁਝ ਠੰਡੀ ਹੋ ਗਈ, ਕਿਉਂਕਿ ਹੁਣ ਪੁੱਛਿਆ ਵੀ ਕੀ ਕਮੀ ਹੈ, ਸਭ ਕੁਝ ਹੈ ਘਰ ਦੇ ਵਿੱਚ। ਪਤਾ ਕ੍ਰੋਧ ਮਨ ਪਾਵਕ ਜੈਸੇ, ਜਿਵੇਂ ਲਟਾਲਟ ਅੱਗ ਬਲਦੀ ਹੈ, ਮਨ ਦੇ ਅੰਦਰ ਇਉਂ ਗੁੱਸਾ ਬਲ ਰਿਹਾ ਸੀ। ਬਚਨ ਜਰਾਮ ਮਿਲੇ ਜਲ ਤੈਸੇ, ਭਾਈਆ ਜੈ ਰਾਮ ਦੇ ਜਿਹੜੇ ਬਚਨ ਸੀ ਉਹ ਪਾਣੀ ਵਾਂਗੂ ਉੱਤੇ ਪੈ ਗਏ, ਠੰਡ ਹੋ ਗਈ, ਸ਼ਾਂਤੀ ਆ ਗਈ। ਕਮਲ ਨੈਣ ਮੁਖ ਤੂਸਨ ਰਾਖੀ, ਕਮਲ ਨੈਣ ਮਦਰ ਬੈਨ ਗੁਰੂ ਨਾਨਕ ਦੇ ਮਹਾਰਾਜ ਸੱਚੇ ਪਾਤਸ਼ਾਹ ਨਹੀਂ ਬੋਲੇ, ਸਤਿਗੁਰੂ ਜੀ ਚੁੱਪ ਹੀ ਹਨ। ਜਾਨ ਜਨਕ ਸਮ ਗਿਰਾ ਨਾ ਭਾਖੀ, ਆਪਣੇ ਪਿਤਾ ਦੇ ਸਮਾਨ ਸਹੁਰਾ ਜਾਣ ਕੇ ਆਦਰ ਕੀਤਾ, ਕੋਈ ਗੱਲ ਨਾ ਕਹੀ। ਇਕ ਨਿਸ ਬਸ ਕਰ ਸੁਤਾ ਅਵਾਸਾ, ਇੱਕ ਰਾਤ ਬਸ ਕਰਕੇ ਆਪਣੀ ਪੁੱਤਰੀ ਦੇ ਘਰ, ਤੇ ਧੀਰ ਕਹਿ ਕਰ ਸੁਖ ਰਾਸਾ, ਉਸ ਵਕਤ ਸਾਰੇ ਸੁਖ ਪ੍ਰਾਪਤ ਹੋਣ ਤੈਨੂੰ ਧੀਰਜ ਦੇ ਕੇ ਚੱਲੇ। ਸੁਨ ਗਮ ਨਿਉ ਨਿਜ ਨਗਰ ਮਝਾਰਾ, ਫੇਰ ਆਪਣੇ ਨਗਰ ਦੇ ਵਿੱਚ ਚੱਲੇ ਵਾਪਸ। ਸਭ ਬਿਰਤਾਂਤ ਤਿਗ ਪਤਨ ਉਚਾਰਾ, ਪਤਨੀ ਦੇ ਕੋਲ ਜਾ ਕੇ, ਜੋ ਚੰਦੋ ਰਾਣੀ ਸੀ ਉਹਦੇ ਕੋਲ ਜਾ ਕੇ ਸਾਰੀ ਗੱਲ ਦੱਸੀ। ਖੇਤਕ ਦਿਵਸ ਬਤੀਤੇ ਜਾਵਹੀ, ਕਿੰਨੇ ਕੁ ਦਿਨ ਇਸ ਤਰ੍ਹਾਂ ਜਦੋਂ ਬਤੀਤ ਹੋ ਗਏ ਹਨ, ਆਈ ਚੰਦੋ ਰਾਨੀ ਤਬਹੀ, ਚੰਦੋ ਰਾਣੀ ਕਹਿੰਦੀ ਮੈਂ ਵੀ ਦੇਖ ਕੇ ਆਵਾਂ ਆਪਣੀ ਪੁੱਤਰੀ ਕਿੰਨੀ ਕੁ ਸੁਖੀ ਆ, ਕਿੰਨੀ ਕੁ ਦੁਖੀ ਆ, ਕੀ ਕਮੀ ਆ। ਮਿਲੀ ਸੁਤਾ ਸੋ ਨੇਹੋ ਕਨੇਰਾ, ਆਪਣੀ ਪੁੱਤਰੀ ਦੇ ਨਾਲ ਬਹੁਤ ਪਿਆਰ ਕਰਦੇ ਸਨ ਜੋ ਆ ਕੇ ਮਿਲੇ। ਰੋਦਨ ਕਰਤ ਨੈਣ ਜਲ ਘੇਰਾ, ਰੋਂਦਿਆਂ ਹੋਇਆਂ ਅੱਖਾਂ ਵਿੱਚੋਂ ਬਹੁਤ ਭਾਰੀ ਜਲ ਸਿੱਟਿਆ। ਬੋਲਤ ਬਚਨ ਹੈ ਹੋਏ ਦੁਖਾਰੀ, ਮਾਤਾ ਸੁਲੱਖਣੀ ਬਹੁਤ ਦੁਖੀ ਹੋ ਕੇ ਬਚਨ ਬੋਲਦੇ ਨੇ। ਇਹ ਬਿਦ ਕਿਉਂ ਸਿਰ ਜੀ ਜਗ ਨਾਰੀ, ਕਹਿਣ ਲੱਗੇ ਸਾਰਾ ਦੁੱਖ ਸੁਣ ਕੇ ਉਸ ਵਕਤ ਇਹ ਵਿਧਾਤਾ ਦੁਨੀਆ ਤੇ ਨਾਰੀ ਕਿਉਂ ਸਾਜਤੀ ਤੂੰ। ਪਰਾਧੀਨ ਨਿਤ ਦੁਸਹਿ ਕਲੇਸ਼ਾ, ਇਹ ਪਰਾਏ ਅਧੀਨ ਜਿਹੜਾ ਬਹੁਤ ਰਹਿਣਾ ਬਹੁਤ ਔਖਾ ਹੈ, ਬਹੁਤਾ ਜ਼ਿਆਦਾ ਕਲੇਸ਼ ਘਰ ਦੇ ਵਿੱਚ ਖੜਾ ਹੋ ਗਿਆ।
ਇਸ ਕਰਕੇ ਅਸਹਿ ਦੁੱਖ ਹੋ ਰਿਹਾ ਹੈ। ਲੈ ਕਰ ਜਨਮਤ ਸਭ ਹੈ ਅੰਦੇਸਾ, ਲੈ ਕਰਕੇ ਇਹ ਜਨਮਦੀ ਆ, ਸਾਰੇ ਅੰਦੇਸੇ ਇਹਦੇ ਗਲ ਪੈਂਦੇ ਨੇ। ਬੈਸ ਸੁਲੱਖਣੀ ਕਰ ਔਰ ਧੀਰਾ, ਬਹਿ ਕੇ ਸੁਲੱਖਣੀ ਮਾਤਾ ਜੀ ਨੂੰ ਧੀਰਜ ਦਿੱਤਾ। ਫਿਰ ਕਹਿਣ ਲੱਗੀ ਨਿਜ ਦੁੱਖ ਗੰਭੀਰਾ, ਤੁਹਾਡਾ ਦੁੱਖ ਬਹੁਤ ਗੰਭੀਰ ਹੈ, ਬੜਾ ਭਾਰੀ ਦੁੱਖ ਹੈ। ਸੁਨਾ ਮਾਤ ਪਤ ਕੀ ਬੇਪ੍ਰੀਤਾ, ਬੇਪ੍ਰੀਤੀ ਪੁੱਠੀ ਗੱਲ ਮਾਤਾ ਜੀ ਸੁਣੋ ਪਤੀ ਦੀ। ਸਰਬ ਸਰਬਵਾਦ ਹੈ ਕੋਈ ਨੀਤਾ, ਪੈਸਾ ਜਿਹੜਾ ਉਹ ਬਾਹਰ ਹੀ ਸਾਰਾ ਗਰੀਬਾਂ ਨੂੰ ਦੇ ਆਉਂਦੇ ਨੇ, ਘਰ ਵਿੱਚ ਤਾਂ ਇੱਕ ਪੈਸਾ ਵੀ ਲੈ ਕੇ ਨਹੀਂ ਆਉਂਦੇ। ਕਬ ਕਬ ਸਦਨ ਹੈ ਬਦਨ ਦਿਖਾਵਾ, ਕਦੇ ਕਦੇ ਘਰ ਦੇ ਵਿੱਚ ਆਉਂਦੇ ਨੇ, ਆਪਣਾ ਮੁਖ ਦਿਖਾਉਂਦੇ ਨੇ। ਆਪਨ ਪਰ ਦਿਨ ਰਹਿਣ ਬਿਤਾਵਾ, ਰਾਤ ਨੂੰ ਵੀ ਤੇ ਦਿਨੇ ਵੀ ਹੱਟੀ ਦੇ ਉੱਤੇ ਜਾ ਕੇ ਦਿਨੇ ਵੰਡਦੇ ਰਹਿੰਦੇ ਨੇ, ਰਾਤ ਨੂੰ ਸਮਾਧੀਆਂ ਲਾ ਲੈਂਦੇ ਹਨ। ਗ੍ਰਸਤੀ ਰੀਤ ਨਾ ਤਾਂ ਮੈਂ ਏਕਾ, ਉਹਨਾਂ ਵਿੱਚ ਤਾਂ ਕੋਈ ਗ੍ਰਸਤੀਆਂ ਵਾਲੀ ਗੱਲ ਹੀ ਨਹੀਂ ਹੈ। ਤਨ ਸੰਚੰਤੇ ਆਦ ਅਨੇਕਾ, ਗ੍ਰਸਤੀ ਬੰਦਾ ਹੁੰਦਾ ਪੈਸੇ ਇਕੱਠੇ ਕਰਦਾ, ਘਰ ਸੰਭਾਲਦਾ, ਇਸਤਰੀ ਨਾਲ ਮੋਹ ਪਿਆਰ ਕਰਦਾ, ਕੋਈ ਸੰਸਾਰੀ ਗੱਲ ਨਹੀਂ ਹੈ। ਇਸ ਕਰਕੇ ਉਹ ਜਿਹੜੇ ਨੇ ਨਾ, ਜਿਨ੍ਹਾਂ ਬਾਰੇ 10ਵੇਂ ਪਾਤਸ਼ਾਹ ਮਹਾਰਾਜ ਨੇ ਕਿਹਾ ਅਕਾਲ ਪੁਰਖ ਬਾਰੇ, ਸਾਰੀਆਂ ਚੀਜ਼ਾਂ ਜਿਨ੍ਹਾਂ ਦੇ ਵਿੱਚ ਕਾਮ ਨਾ, ਕ੍ਰੋਧ ਨਾ, ਲੋਭ ਨਾ, ਮੋਹ ਨਾ, ਰੋਗ ਨਾ, ਸੋਗ ਨਾ, ਭੋਗ ਨਾ, ਭੈ ਹੈ, ਉਹ ਤਾਂ ਐਸਾ ਸਰੂਪ ਹੈ। ਪਰ ਇਸ ਸਰੂਪ ਨੂੰ ਕੋਈ ਨਹੀਂ ਸਮਝ ਸਕਦਾ ਕਿ ਉਹ ਕੈਸਾ ਸੁੰਦਰ ਸਰੂਪ ਹੈ, ਨਿਰਲੇਪ ਸਰੂਪ ਹੈ ਮਾਇਆ ਤੋਂ। ਮਾਇਆ ਚਾਹੁੰਦੀ ਕਿ ਮੇਰੇ ਅਧੀਨ ਕਿਉਂ ਨਹੀਂ ਹੁੰਦੇ। ਸੰਤ ਸਤਾ ਬਚ ਚੰਦੋ ਰਾਨੀ, ਇਸ ਤਰ੍ਹਾਂ ਮਾਤਾ ਚੰਦੋ ਰਾਣੀ ਨੇ ਜਦੋਂ ਬਚਨ ਸੁਣੇ ਆਪਣੀ ਪੁੱਤਰੀ ਦੇ, ਭਈ ਕ੍ਰੋਧ ਕੇ ਮਤ ਗਲ ਤਾਨੀ, ਬਹੁਤ ਜ਼ਿਆਦਾ ਗੁੱਸਾ ਚੜ ਗਿਆ ਮਾਤਾ ਨੂੰ ਉਸ ਵਕਤ। ਆਪਨੇ ਸਦਨ ਨਾਨਕੀ ਜਹਵਾ, ਜਿੱਥੇ ਬੇਬੇ ਨਾਨਕੀ ਜੀ ਟਿਕੇ ਹੋਏ ਸਨ ਉੱਥੇ ਗਈ। ਕੁਸ਼ਲ ਪ੍ਰਸ਼ਨ ਕਰ ਵੈਸੀ ਤਹਿਵਾ, ਗੁੱਸੇ ਜਿਹੇ ਚ ਜਾ ਕੇ ਸੁਖ ਸਾਂਦ ਪੁੱਛੀ, ਰਾਜੀ ਬਾਜੀ ਪੁੱਛ ਕੇ ਬਹਿ ਗਈ। ਕ੍ਰੋਧ ਕੀਏ ਪੁਨ ਬੋਲੀ ਬੈਨਾ, ਫਿਰ ਹੌਲੀ ਹੌਲੀ ਗੁੱਸਾ ਜਿਹਾ ਚੜਾ ਕੇ ਬਹੁਤ ਗੱਲਾਂ ਕੀਤੀਆਂ। ਤੁਮ ਔਰ ਡਰ ਪਰਮੇਸ਼ਵਰ ਹੈ ਨਾ ਤੁਹਾਡੇ ਮਨ ਚ ਪਰਮੇਸ਼ਰ ਦਾ ਡਰ ਹੈ ਕਿ ਨਹੀਂ ਹੈ? ਕਿਸ ਪ੍ਰਕਾਰ ਕੋ ਠਾਨਿਓ ਮਤਾ, ਇਹ ਕਿਸ ਤਰ੍ਹਾਂ ਦਾ ਮਤਾ ਤੁਸੀਂ ਮਨ ਦੇ ਵਿੱਚ ਠਾਣ ਰੱਖਿਆ? ਦਾਸੀ ਜੋ ਰਾਖੀ ਮਮ ਸੁਤਾ, ਮੇਰੀ ਲੜਕੀ ਨੂੰ ਤੁਸੀਂ ਨੌਕਰਾਣੀਆਂ ਵਾਂਗੂ ਘਰ 'ਚ ਰੱਖਿਆ। ਨਿਜ ਭਰਾਤਾ ਕੋ ਨਹਿ ਸਮਝਾਵੈ, ਆਪਣੇ ਭਰਾ ਨੂੰ ਕਿਉਂ ਨਹੀਂ ਸਮਝਾਉਂਦੀ ਤੂੰ? ਸਰਬ ਦਰਬ ਕੋ ਬਹਿਰ ਲੁਟਾਵੈ, ਉਹ ਸਾਰਾ ਪੈਸਾ ਘਰ ਤੋਂ ਬਾਹਰ ਹੀ ਲੁਟਾ ਕੇ ਆ ਜਾਂਦੇ ਨੇ। ਤੁਮਰੇ ਸਰਸਨਾ ਹਿਰਦੈ ਕੋਈ, ਇਸ ਕਰਕੇ ਤੁਹਾਡੇ ਵਰਗਾ ਮਨ ਦੇ ਵਿੱਚ ਕੋਈ ਇਹੋ ਜਿਹਾ ਹੈ ਨਹੀਂ ਤੁਹਾਡੇ ਵਰਗਾ। ਜੇ ਤਾਂ ਦੁਖੀ ਸਤਾ ਮਮ ਹੋਈ, ਜਿੱਥੇ ਬਹੁਤ ਜ਼ਿਆਦਾ ਮੇਰੀ ਪੁੱਤਰੀ ਦੁਖੀ ਹੈ। ਨਾਤਾ ਤਬ ਰਾਮ ਕਰਵਾਇਆ, ਨਾਤਾ ਤਾਂ ਉਦੋਂ ਬੜੀ ਛੇਤੀ ਜੈ ਰਾਮ ਨੇ ਜਾ ਕੇ ਕਰਵਾਇਆ, ਬੜੀਆਂ ਸਿਫਤਾਂ ਕਰਦਾ ਸੀ। ਅਬ ਤੇ ਕੋ ਨਹਿ ਕਿਉਂ ਸਮਝਾਇਆ, ਹੁਣ ਉਹਨੂੰ ਕਿਉਂ ਨਹੀਂ ਸਮਝਾਇਆ? ਭਾਵ ਗੁਰੂ ਨਾਨਕ ਦੇਵ ਜੀ ਨੂੰ ਕਿਉਂ ਨਹੀਂ ਸਮਝਾਇਆ? ਸੱਸ ਐਸਾ ਬੋਲਦੀ ਹੈ। ਦੋਹਰਾ ਆਨ ਸਦਨ ਸੁਧ ਲੇਤ ਨਹਿ, ਆਨਨ ਕਹਿ ਨਾ ਬੈਨ, ਨਾ ਤਾਂ ਆ ਕੇ ਘਰੇ ਕੋਈ ਖਬਰ ਸੁੱਖ ਸਾਂਦ ਪੁੱਛਣੀ ਤੇ ਨਾ ਮੂੰਹ ਚੋਂ ਕੋਈ ਬਚਨ ਕਰਨਾ। ਉਹ ਕੱਲੀ ਵਿਚਾਰੀ ਸਵੇਰ ਤੋਂ ਲੈ ਕੇ ਸ਼ਾਮ ਤੱਕ ਰਾਤ ਨੂੰ ਉੱਥੇ ਬੈਠੀ ਰਹਿੰਦੀ ਹੈ, ਬੇਟੀ ਸਾਡੀ ਪੁੱਤਰੀ। ਉਹ ਕੋਈ ਗੱਲ ਨਹੀਂ, ਬਾਤ ਨਹੀਂ, ਪੁੱਛਣਾ ਨਹੀਂ। ਉਹ ਫੇਰ ਬਗਾਨੇ ਘਰੋਂ ਆਈ ਹੈ, ਉੱਥੇ ਵਸਦਾ ਰਸਦਾ ਘਰ, ਬੰਦੇ ਦਾ ਜੀ ਲੱਗਿਆ ਰਹਿੰਦਾ। ਤੁਸੀਂ ਵੀ ਅੱਡ ਘਰ ਬਣਾ ਕੇ ਦੇਤਾ, ਉੱਥੇ ਵਿਚਾਰੀ ਵੱਖਰੀ ਬੈਠੀ ਰਹਿੰਦੀ ਹੈ। ਦਰਬ ਨਾ ਰਾਖੈ ਨਿਕਟ ਕਛ, ਹਿਰਦੈ ਵਿਖੇ ਕਛੂ ਭੈ ਨਾ, ਨਾ ਤਾਂ ਕੋਲ ਕੋਈ ਪੈਸਾ ਰੱਖਦੇ ਨੇ, ਨਾ ਮਨ ਦੇ ਅੰਦਰ ਕਿਸੇ ਦਾ ਡਰ ਹੈ। ਸੋ ਪਈ ਗਿਰਾ ਨਾਨਕੀ ਸਰੋਨਨ ਸੁਣੀ, ਬੇਬੇ ਨਾਨਕੀ ਜੀ ਨੇ ਜਦੋਂ ਇਹ ਬਚਨ ਸੁਣੇ ਕੰਨਾਂ ਵਿੱਚ, ਸਤ ਕਰ ਮਾਨਕ ਤਿਉ ਬਿਦ ਗੁਨੀ, ਉਸ ਵਕਤ 60 ਕਰ ਮਾਨਕ ਤਿਉ ਬਿਦ ਗੁਨੀ। ਕਹਿੰਦੇ ਜਿਵੇਂ ਮੂਰਖ ਦੇ ਹੱਥ ਵਿੱਚ ਮਾਣਕ ਹੋਵੇ, ਚੰਦੋ ਦੀ ਹਾਲਤ ਇਉਂ ਜਾਣ ਲਈ ਬੇਬੇ ਨਾਨਕੀ ਕਹਿੰਦੇ ਹੁਣ ਚੰਦੋ ਨੂੰ ਕੀ ਸਮਝਾਵਾਂ ਵੀ ਮੇਰਾ ਵੀਰ ਰੱਬ ਹੈ। ਬੋਲੇ ਮ੍ਰਿਦਲ ਮਾਦਰੀ ਬਾਣੀ, ਬੜੀ ਮਿੱਠੀ ਤੇ ਕੋਮਲ ਬਾਣੀ ਬੇਬੇ ਨਾਨਕੀ ਬੋਲੇ। ਸੁਨ ਮਾਸੀ ਤੂੰ ਪਰਮ ਸਿਆਣੀ, ਮਾਸੀ ਸੁਣ ਤੂੰ ਬਹੁਤ ਸਿਆਣੀ ਲੱਗਦੀ ਆ, ਉਮਰ ਦੀ ਵੀ ਵੱਡੀ ਆ, ਊਂ ਵੀ ਸਿਆਣੀ ਆ। ਕਿਆ ਸਮਝਾਵਾਂ ਮੈਂ ਭਲ ਬਾਤਾ, ਮੈਂ ਤੈਨੂੰ ਕਿਹੜੀ ਗੱਲ ਚੰਗੇ ਤਰੀਕੇ ਨਾਲ ਸਮਝਾਵਾਂ? ਇਹ ਕੋਕ ਕਰਮ ਨਹਿ ਕਰਹੀ ਭਰਾਤਾ, ਨਾ ਮੇਰਾ ਭਰਾ ਕੋਈ ਡਾਕੂ ਚੋਰ ਹੈ, ਕੋਈ ਕੁਕਰਮ ਕਰਦਾ, ਕੋਈ ਮਾੜੇ ਕੰਮ ਕਰਦਾ ਦੇਖਿਆ ਮੇਰੇ ਭਰਾ 'ਚ ਕੋਈ ਜੇ ਔਗਣਾ ਤਾਂ ਦੱਸ। ਤਸਕਰ ਸੰਗ ਨਾ ਕਰਹਿ ਸਤੇਈ, ਉਹ ਕੋਈ ਚੋਰਾਂ ਨਾਲ ਤਾਂ ਨਹੀਂ ਤੁਰਿਆ ਫਿਰਦਾ ਵੀ ਉੱਥੇ ਜਾ ਕੇ ਮੇਰਾ ਭਰਾ ਬੈਠਦਾ ਜਿਹੜੇ ਤੁਹਾਨੂੰ ਤਕਲੀਫ ਹੁੰਦੀ ਹੈ। ਜੂਪ ਨਾ ਖੇਲਤ ਸੁਰਾ ਨਾ ਪਈ, ਨਾ ਮੇਰਾ ਭਰਾ ਜੂਆ ਖੇਡੇ, ਨਾ ਸ਼ਰਾਬ ਪੀਵੇ, ਨਾ ਕੋਈ ਮਾੜਾ ਕੰਮ ਕਰਦਾ ਹੈ, ਨਾ ਤੁਹਾਨੂੰ ਕੀ ਇਹ
ਕੀ ਹੈ? ਕੰਮਕਾਰ ਕਰਦਾ, ਪੈਸੇ ਕਮਾਉਂਦਾ, ਦਾਨ ਪੁੰਨ ਕਰਦਾ ਹੈ। ਪਰ ਨਾਰਣ ਸੋ ਨਹਿ ਵਿਚਾਰੀ। ਫਿਰ ਵਿਭਚਾਰੀ ਨਹੀਂ ਹੈ। ਜਾਂ ਤਾਂ ਆਖੋ ਕੋਈ ਇਹੋ ਜਿਹੀ ਗੱਲ ਆ ਉਹਨਾਂ ਦੇ ਵਿੱਚ ਕੋਈ ਔਗਣ ਹੈ। ਵਿਸ਼ੈ ਬਾਸ਼ਨਾ ਉਰਤੇ ਟਾਰੀ। ਵਿਸ਼ੇ ਵਿਕਾਰ ਜਿਨ੍ਹਾਂ ਦੇ ਮਨ ਦੇ ਅੰਦਰ ਹੈ ਹੀ ਨਹੀਂ। ਲੋਭੀ ਕ੍ਰੋਧੀ ਲੰਪਟ ਨਾਹੀ। ਲੋਭੀ ਕ੍ਰੋਧੀ ਲੰਪਟ ਆਦਿਕ ਵੀ ਨਹੀਂ ਹੈ। ਸਪਨ ਵਿਕਾਰ ਨ ਮਨ ਉਪਜਾਹੀ। ਜਿਨ੍ਹਾਂ ਦੇ ਮਨ ਦੇ ਅੰਦਰ ਕਦੇ ਸੁਪਨੇ ਮਾਤਰ ਵੀ ਮਾੜਾ ਖਿਆਲ ਨਹੀਂ ਆਉਂਦਾ, ਐਸਾ ਸ਼ੁੱਧ ਹੈ। ਅਸਕ ਕਰਮ ਮਹਿ ਸੋਦਰ ਹੀਰੋ। ਇਹ ਜਿਹਾ ਜਿਹੜਾ ਭਰਾ ਦੇ ਵਿੱਚ ਜੇ ਤੂੰ ਕੋਈ ਮਾੜਾ ਕਰਮ ਦੇਖਦੀਆਂ ਤਾਂ ਮੇਰੇ ਭਰਾ ਨੂੰ ਮਾੜਾ ਕਹੀਂ। ਤਾਂ ਸਮਝਾਵਨ ਬਨ ਹੈ ਮੇਰੋ। ਤਾਂ ਮੈਂ ਆਪਣੇ ਭਰਾ ਨੂੰ ਸਮਝਾਵਾਂ ਕਿ ਭਾਈ ਤੂੰ ਮਾੜਾ ਕੰਮ ਨਾ ਕਰ। ਭਲੋ ਬਿਲੋ ਕਹੇ ਤਾਹੇ ਸੁਭਾਉ। ਕਿੰਨਾ ਮਿੱਠਾ ਚੰਗਾ ਸੁਭਾਅ ਹੈ, ਕਦੇ ਕਿਸੇ ਅੱਗੇ ਬੋਲਦੇ ਨਹੀਂ ਹਨ। ਮਿੱਠਾ ਸੁਭਾਅ ਉਹਨਾਂ ਦਾ। ਜਿਹ ਮਹਿ ਰੰਚਕ ਦੋਸ਼ ਨਾ ਕਾਉ। ਜਿਨ੍ਹਾਂ ਦੇ ਵਿੱਚ ਰੰਚਕ ਮਾਤਰ ਵੀ ਦੋਸ਼ ਨਹੀਂ ਹੈ। ਮਹਾ ਸੁਸ਼ੀਲੰ ਕਰੁਣਾ ਖਾਨੀ। ਕਰੁਣਾ ਦੀ ਖਾਨ ਹੈ, ਕਿਰਪਾ ਹੀ ਕਰਦੇ ਨੇ ਹਰੇਕ ਦੇ ਉੱਤੇ, ਬਹੁਤ ਜ਼ਿਆਦਾ ਠੰਡੇ ਸੁਭਾਅ ਵਾਲੇ ਨੇ। ਅਸਨ ਬਸਨ ਰੰਕਨ ਕੋ ਦਾਨੀ। ਗਰੀਬਾਂ ਨੂੰ ਕੱਪੜਾ ਲੀੜਾ ਖਾਣਾ ਪੀਣਾ ਸਭ ਵੰਡੀ ਜਾਂਦੇ ਨੇ। ਪਾਰ ਦੁਖ ਪਿਖ ਨਹਿ ਜਾਤ ਸਹਾਰਾ। ਪਰਾਏ ਦਾ ਦੁੱਖ ਦੇਖ ਕੇ ਉਹਨਾਂ ਕੋਲੋਂ ਸਹਾਰਿਆ ਨਹੀਂ ਜਾਂਦਾ। ਸੁਖ ਦਾ ਨੀ ਜੋ ਬ੍ਰਿਖ ਉਪਕਾਰਾ। ਜਿਵੇਂ ਸੁੱਖਾਂ ਦੇ ਦੇਣ ਵਾਲਾ ਹੁੰਦਾ ਨਾ, ਦਰਖਤ ਫਲ ਦਿੰਦਾ, ਛਾਂ ਦਿੰਦਾ, ਤੋ ਇਸ ਤਰ੍ਹਾਂ ਦੇ ਦਰਖਤਾਂ ਵਾਲਾ ਉਹਨਾਂ ਦਾ ਜੀਵਨ ਹੈ। ਸੰਸਾਰ ਨੂੰ ਛਾਂ ਦਿੰਦੇ ਨੇ, ਉਪਕਾਰ ਕਰਦੇ ਨੇ। ਆ ਤਪ ਤਪਤੰ ਸਿਰ ਪਰ ਲੇਤਾ। ਜਿਵੇਂ ਦਰਖਤ ਆਪਣੇ ਉੱਪਰ ਤਪਦੀ ਹੋਈ ਧੁੱਪ ਸਹਾਰ ਕੇ ਰਾਹੀਆਂ ਪਾਂਧੀਆਂ ਨੂੰ ਠੰਡੀ ਛਾਂ ਦਿੰਦਾ। ਕਰ ਛਾਇਆ ਪੰਖੀ ਸੁਖ ਦੇਤਾ। ਫੇਰ ਜਿਹੜੀ ਹੈ ਨਾ ਛਾਇਆ ਕਰਦਾ, ਪੰਛੀ ਆ ਕੇ ਬਹਿੰਦੇ ਨੇ, ਪੰਛੀਆਂ ਨੂੰ ਸੁਖ ਦਿੰਦਾ ਦਰਖਤ। ਕਿਉ ਕਰਕੇ ਨਿਜ ਹਾਥ ਕਮਾਈ। ਇਸ ਤਰੀਕੇ ਨਾਲ ਕਰਕੇ, ਆਪਣੇ ਹੱਥ ਨਾਲ ਕਿਰਤ ਕਰਕੇ ਸਭ ਸੰਤਨ ਕੋ ਦੇਤ ਖਵਾਈ। ਸਾਧੂ ਸੰਤਾਂ ਨੂੰ ਆਪਣੇ ਹੱਥੀਂ ਕਿਰਤ ਕਰਕੇ ਖਵਾਉਂਦੇ ਨੇ। ਮਨੋ ਭਗਤ ਨਿਜ ਧਰਿਓ ਸਰੂਪਾ। ਮਾਨੋ ਕਹਿੰਦੇ ਨੇ ਸੰਸਾਰ ਦੇ ਉੱਤੇ ਭਗਤੀ ਨੇ ਆਪਣਾ ਸਰੂਪ ਧਾਰਨ ਕੀਤਾ। ਜਦੋਂ ਗਿਆਨ ਤਨ ਕੀਨ ਅਨੂਪਾ। ਮਾਨੋ ਕਹਿੰਦੇ ਜਾਂ ਗਿਆਨ ਨਹੀਂ ਸਰੀਰ ਧਾਰਿਆ ਸ੍ਰਿਸ਼ਟੀ ਤੇ। ਦੇਖੋ ਨੀਕੇ ਕਰਮਨ ਲਾਗਾ। ਜੇ ਕੋਈ ਚੰਗੇ ਕੰਮ ਕਰਨ ਲੱਗਿਆ ਹੈ ਤੇ ਹੋ ਰਹਿ ਸੋ ਹੋਤ ਕੋ ਭਾਗਾ। ਉਹਨੂੰ ਜਿਹੜਾ ਰੋਕੇ ਨਾ ਉਹ ਬੰਦਾ ਖੋਟੇ ਭਾਗਾਂ ਵਾਲਾ। ਜੇ ਚੰਗੇ ਕੰਮ ਕਰਦੇ ਨੂੰ ਜਾ ਕੇ ਰੋਕੇ ਤਾਂ ਧੰਨ ਭਾਗ ਤੁਮ ਕਰੋ ਵਿਧਾਤਾ। ਤੂੰ ਤਾਂ ਧੰਨ ਭਾਗ ਸਮਝ, ਰੱਬ ਦਾ ਸ਼ੁਕਰਾਨਾ ਕਰ। ਜਨ ਕੋ ਐਸੋ ਬਣਿਓ ਜਮਾਤਾ। ਜਿਨ੍ਹਾਂ ਦਾ ਇਹੋ ਜਿਹਾ ਜਮਾਤਾ ਹੁੰਦਾ, ਜਮਾਈ ਬਣਿਆ ਸੋਹਣਾ। ਅਨਕ ਕੋਲਣ ਕੋ ਕਰਹਿ ਉਧਾਰਾ। ਇਹ ਤਾਂ ਤੇਰੀਆਂ ਨੇਕਾਂ ਕੁਲਾਂ ਦਾ ਉਧਾਰ ਕਰਨਾ ਇਹਨਾਂ ਨੇ। ਸ਼ਾਂਤ ਰੂਪ ਕੀਏ ਨਾਸ਼ ਵਿਕਾਰਾ। ਸ਼ਾਂਤ ਰੂਪ ਨੇ, ਮਨ ਦੇ ਵਿੱਚ ਵਿਕਾਰ ਹੈ। ਨਾਸ ਤਾਂ ਕਰੇ ਵਿਕਾਰ ਜੇ ਮਨ 'ਚ ਪਹਿਲਾਂ ਹੋਣ। ਜਦ ਪਹਿਲਾਂ ਹੀ ਨਹੀਂ ਹੈਗੇ ਸ਼ੁਰੂ ਤੋਂ ਵਿਕਾਰ, ਉਹ ਕਿਹੜਾ ਬੰਦਿਆਂ ਦਾ ਰੂਪ ਹੈ ਜਾਂ ਉਹ ਕਿਹੜਾ ਪੰਜ ਤੱਤਾਂ ਦਾ ਰੂਪ ਹੈ। ਉਹ ਪਰਮੇਸ਼ਰ ਦਾ ਖਾਸ ਰੂਪ ਧਾਰਿਆ ਹੋਇਆ। ਮਨੁੱਖਾਂ ਵਰਗੇ ਸਰੂਪ ਨਹੀਂ ਹਨ ਉਹਨਾਂ ਦੇ। ਜਾ ਕੇ ਸਰਸ ਉਦਾਹਰਣ ਕਉ। ਉਹਨਾਂ ਦੇ ਬਰਾਬਰ ਹੋਰ ਨਹੀਂ ਹੈ ਕੋਈ। ਪਾਸਰਿਓ ਸੁਜਸ ਸਰਬ ਦੁਖ ਖੋਉ। ਉਹਦਾ ਜਿਹੜਾ ਸੁਜਸ ਹੈ ਸਾਰੇ ਪਾਸੇ ਫੈਲਿਆ। ਸਾਰੇ ਦੁੱਖ ਗਰੀਬਾਂ ਦੇ ਦੂਰ ਕੀਤੇ ਨੇ। ਇਲਾਕਿਆਂ ਵਿੱਚ ਦੂਰ ਦੇਸ਼ਾਂ ਵਿਦੇਸ਼ਾਂ ਤੱਕ ਲੋਕੀ ਮਾਨਤਾ ਕਰਦੇ ਉਹਨਾਂ ਦੀ। ਕਬਹਿ ਨ ਘਾਟਾ ਲੇਖੇ ਆਵਾ। ਫਿਰ ਲੇਖੇ ਵਿੱਚ ਕਦੇ ਘਾਟਾ ਨਹੀਂ ਆਇਆ ਉਹਨਾਂ ਦੇ। ਅਨਕ ਵਾਰ ਬਾਧੋਂ ਬਹੁ ਪਾਵਾ। ਅਨੇਕ ਵਾਰੀ ਜਿਹੜਾ ਸੀ ਵਾਧਾ ਹੀ ਪ੍ਰਾਪਤ ਕੀਤਾ ਉਹਨਾਂ ਨੇ। ਕੌਣ ਤੋਂ ਭਾਗਤ ਸਤਾ ਹਮਾਰੀ। ਫਿਰ ਤੁਸੀਂ ਕਹਿੰਦੇ ਹੋ ਸਾਡੀ ਪੁੱਤਰੀ ਹੈ। ਸਰਬ ਬਾਤ ਤੇ ਰਹਿਤ ਦੁਖਾਰੀ। ਸਾਡੀ ਪੁੱਤਰੀ ਹਰ ਤਰ੍ਹਾਂ ਨਾਲ ਦੁਖੀ ਰਹਿੰਦੀ ਹੈ। ਕਹੀਏ ਕੌਣ ਪਦਾਰਥ ਹੀਨੀ। ਕਿਹੜੀ ਪਦਾਰਥ ਤੋਂ ਹੀਨੀ ਆ? ਜਾ ਕੇ ਘਰੇ ਮੈਨੂੰ ਦਿਖਾਇਓ ਤਾਂ ਗਿਣ ਕੇ ਕਿਹੜੇ ਪਦਾਰਥ ਦੀ ਘਾਟ ਹੈ। ਜਾਂਤੇ ਦੁਖੀ ਸੁਤਾ ਨਿਜ ਚੀਨੀ। ਜਿਸ ਕਰਕੇ ਆਪਣੀ ਪੁੱਤਰੀ ਨੂੰ ਦੁਖੀ ਜਾਣੇ ਵੀ ਘਰੇ ਪੈਸੇ ਨਹੀਂ ਲਿਆਉਂਦੇ। ਪੈਸੇ ਨੂੰ ਕੀ, ਪਦਾਰਥ ਤਾਂ ਸਾਰੇ ਘਰ 'ਚ ਭਰੇ ਪਏ ਨੇ, ਕੀ ਕਰਨੇ ਨੇ ਪੈਸੇ। ਸਰਬ ਵਸਤੂ ਭਰਾਤਾ ਨੇ ਦੀਨੀ। ਹਰ ਪ੍ਰਕਾਰ ਦੀ ਵਸਤੂ ਭਰਾਤਾ ਨੇ ਦਿੱਤੀ ਹੋਈ ਆ ਉਹਨਾਂ ਨੂੰ। ਖਰਚਨ ਖਾਨ ਟੋਟਹਿ ਕੀਨੀ। ਖਾਣ ਖਰਚਣ ਤੋਂ ਅਤੋਟ ਕੀਤੀ ਪਈ ਆ। ਸਭ ਘਰ ਭਰਿਆ ਖਾਣ ਪੀਣ ਨਾਲ ਵੀ। ਨਾਨਾ ਅਸਨ ਬਸਨ ਬਹੁ ਦੀਨੇ। ਨਾਨਾ ਪ੍ਰਕਾਰ ਦੇ ਜਿਹੜੇ ਹਨ ਖਾਣ ਪੀਣ ਦਾ ਸਮਾਨ, ਕੱਪੜਾ ਲੀੜਾ, ਬੜੇ ਸੁੰਦਰ ਤੋਂ ਸੁੰਦਰ ਵਸਤਰ ਦਿੱਤੇ ਹੋਏ ਨੇ। ਸੁੰਦਰ ਭੂਖਨ ਭੂਖਤ ਕੀਨੇ। ਸੁੰਦਰ ਸੁੰਦਰ ਬਹੁਤ ਸੋਹਣੇ ਗਹਿਣਿਆਂ ਦੀ ਕੋਈ ਕਮੀ ਨਹੀਂ।
ਸੋਨਾ ਚਾਂਦੀ ਸਭ ਬਖਸ਼ਿਸ਼ ਕੀਤੀ ਹੈ। ਏਕ ਫਿਕਰ ਕੋ ਜ਼ਿਕਰ ਨਾ ਕੋ, ਇੱਕ ਵੀ ਫਿਕਰ ਦਾ ਜ਼ਿਕਰ ਨਹੀਂ ਤੁਸੀਂ ਕਰ ਸਕਦੇ ਸਾਡੇ ਕੋਲੇ। ਚਾਹੇ ਜੋ ਹੋਏ ਪਚਾਵਹਿ ਸੋ, ਸੋ ਜੋ ਕੋਈ ਉਹ ਮਾੜੇ ਜਿਹੇ ਅੱਧੇ ਮੂੰਹ ਨਾਲ ਗੱਲ ਕਹਿੰਦੇ ਉੱਥੇ ਹੀ ਪਹੁੰਚਾ ਦਿੰਦੇ ਸਭ ਕੁਝ। ਬਿਨਾ ਦੋਖ ਤੁਮ ਕਰੋ ਖੁਆਰਾ, ਐਵੇਂ ਬਿਨਾਂ ਕਿਸੇ ਦੋਖ ਤੋਂ ਤੁਸੀਂ ਉਹਨਾਂ ਨੂੰ ਖੁਆਰ ਕਰਦੇ ਹੋ, ਖੱਜਲ ਖੁਆਰ ਆਪ ਵੀ ਹੁੰਦੇ ਹੋ। ਤੋ ਕਿਆ ਚਲ ਹੈ ਹਮਰੋ ਚਾਰਾ, ਫੇਰ ਸਾਡਾ ਹੁਣ ਕੀ ਚਾਰਾ ਚੱਲ ਸਕਦਾ ਜਦ ਸਾਰਾ ਕੁਝ ਹੁੰਦਿਆਂ ਹੀ ਰੌਲਾ ਪਾਈ ਜਾਣਾ। ਸਨ ਮਾਸੀ ਅੱਜ ਅਸਮੰਜਸ ਗਾਥਾ, ਮਾਸੀ ਜੀ ਸੁਣੋ, ਇਹ ਬੇਮਨਾਸਬੀ ਵਾਲੀ ਗੱਲ ਜੀ ਤੁਸੀਂ ਕਰ ਰਹੇ ਹੋ, ਗਲਤ ਗੱਲ ਹੈ ਇਹ। ਹਮ ਬੋਲ ਹੈ ਜੇ ਤੁਮਰੇ ਸਾਥਾ, ਅਸੀਂ ਜੇ ਤੁਹਾਡੇ ਨਾਲ ਬੋਲੀਏ। ਹਸ ਬਚ ਸੁਣ ਕਰ ਚੰਦੋ ਰਾਨੀ, ਇਹਨਾਂ ਬਚਨਾਂ ਨੂੰ ਸੁਣ ਕੇ ਚੰਦੋ ਰਾਣੀ ਉਸ ਵਕਤ ਭਈ ਤੁਸਨੀ ਆਏ ਨਾ ਬਾਨੀ, ਚੁੱਪ ਕਰ ਗਏ। ਬੇਬੇ ਨਾਨਕੀ ਜੀ ਨੇ ਚੰਗੀ ਤਸੱਲੀ ਕਰਾ ਦਿੱਤੀ ਇੱਕੋ ਵਾਰੀ। ਜੋ ਤੱਕ ਆਗੇ ਅਗ ਅਰਗਾਈ, ਕਹਿੰਦੇ ਨੇ ਜਿਸ ਤਰੀਕੇ ਦੇ ਨਾਲ ਐਸਾ ਹੋ ਜਾਂਦਾ ਹੈ ਕਿ ਗਿਆਨੀ ਦੇ ਅੱਗੇ ਅਗਿਆਨੀ ਚੁੱਪ ਹੋ ਜਾਂਦਾ ਹੈ। ਪੁੱਤਰ ਬਾਤ ਨਾ ਆਵ ਤਕਾਈ, ਉਹਨੂੰ ਕੋਈ ਜਵਾਬ ਨਹੀਂ ਆਉਂਦਾ, ਇਸ ਤਰ੍ਹਾਂ ਚੁੱਪ ਹੋ ਗਏ। ਲੱਜਤ ਹੋਏ ਸੁਤਾ ਟਿਗ ਆਈ, ਸ਼ਰਮਿੰਦੀ ਹੋ ਕੇ ਉੱਠ ਕੇ ਆਪਣੀ ਪੁੱਤਰੀ ਮਾਤਾ ਸੁਲੱਖਣੀ ਕੋਲ ਆ ਗਈ। ਮੈਸ ਬਦਨ ਤੇ ਗਿਰਾ ਅਲਾਈ, ਬਹਿ ਕਰਕੇ ਆਪਣੇ ਮੁਖ ਵਿੱਚੋਂ ਗਿਰਾ ਕਹੀ ਬਚਨ, ਦੋਹਰਾ ਸੁਨ ਤਨ ਜਾਹੋਂ ਜਾਈ ਕੈ ਆਗੇ ਤੋਰ ਨਿਨਾਨ, ਸੁਣ ਪੁੱਤਰੀ ਮੈਂ ਜਾ ਕੇ ਤੇਰੀ ਨਨਾਣ ਦੇ ਅੱਗੇ ਸਾਰੀ ਗੱਲ ਕੀਤੀ ਸੀ। ਉਪਾ ਲੰਬ ਬਹੁ ਬਿਦ ਕਹੇ ਤੋ ਕੋ ਦੁਖੀ ਪ੍ਰਮਾਨ, ਤੇਰੇ ਸਾਰੇ ਪ੍ਰਮਾਣ ਦਿੱਤੇ ਨੇ ਦੁਖੀ ਹੋਣ ਦੇ, ਸਾਰੇ ਉਲੰਭੇ ਜਾ ਕੇ ਤੇਰੀ ਨਣਦ ਨੂੰ ਸੁਣਾਏ ਨੇ। ਤੋ ਪਈ ਸਾਚੋ ਉਤਰ ਤਿਸਨੈ ਦੀਨੋ, ਉਹਨੇ ਅੱਗਿਓਂ ਸਾਨੂੰ ਬਹੁਤ ਸੱਚਾ ਸੁੱਚਾ ਉੱਤਰ ਦਿੱਤਾ ਹੈ। ਮੁਝ ਬੋਲਣ ਤੇ ਤੂਸ਼ਨ ਕੀਨੋ, ਮੈਂ ਉਹਦੇ ਅੱਗੇ ਬੋਲ ਹੀ ਨਹੀਂ ਸਕੀ, ਕੋਈ ਗੱਲ ਹੀ ਨਹੀਂ ਹੈਗੀ, ਕਹਿੰਦੀ ਸਾਰਾ ਕੁਝ ਹੈ। ਪੁੱਤਰ ਔਰ ਮੈਂ ਫੁਰਿਓ ਨਾ ਕੋ, ਮੈਨੂੰ ਤਾਂ ਕੋਈ ਉਹਨੇ ਉੱਤਰ ਨਹੀਂ ਫੁਰਨ ਦਿੱਤਾ, ਦੱਸ ਮੈਂ ਉਹਨੂੰ ਕੀ ਕਹਾਂ ਹੁਣ। ਕੀਨ ਪਦਾਰਥ ਭਖ ਹੋ ਸੋ, ਕੋਈ ਪਦਾਰਥ ਦੀ ਕਮੀ ਹੈ ਤਾਂ ਦੱਸ ਘਰ ਦੇ ਵਿੱਚ। ਸੁਨੀ ਸੁਲੱਖਣੀ ਅਸਬਿਦ ਬਾਨੀ, ਸੁਣ ਕੇ ਮਾਤਾ ਸੁਲੱਖਣੀ ਨੇ ਜਦੋਂ ਇਹ ਗੱਲ ਸੁਣੀ ਇਸ ਤਰੀਕੇ ਨਾਲ ਕਹਿਣ ਲੱਗੀ ਹੈ ਮਾਤ ਸਿਆਣੀ, ਕਹਿਣ ਲੱਗੀ ਹੈ ਮਾਤਾ ਸਿਆਣੀ ਸੁਣਨਾ ਕਰੋ। ਬਸਨ ਬਸਨ ਭੂਖਨ ਬਾਰ ਜੇਤੇ, ਆਸਨ ਬਸਨ ਗਹਿਣੇ ਕੱਪੜਾ ਲੀੜਾ ਖਾਣਾ ਪੀਣਾ ਜਿੰਨਾ ਹੈ, ਸਰਬ ਪ੍ਰਕਾਰ ਦਏ ਮੁਝ ਤੇਤੇ, ਮੈਨੂੰ ਸਾਰਾ ਕੁਝ ਦਿੱਤਾ ਹੋਇਆ ਹੈ। ਅਵਰ ਵਸਤ ਕੀ ਕਮੀ ਨ ਮੋਕੋ, ਕਿਸੇ ਪ੍ਰਕਾਰ ਦੀ ਵਸਤੂ ਦੀ ਕੋਈ ਕਮੀ ਨਹੀਂ ਹੈ। ਹਿਰਦੇ ਜੋ ਦੁਖ ਸੋ ਭਾਖਤ ਤੋਕੋ, ਹਿਰਦੇ ਵਿੱਚ ਜਿਹੜਾ ਦੁੱਖ ਹੈ ਉਹ ਮੈਂ ਕਹਿੰਦੀ ਹਾਂ। ਕਬ ਹੈ ਪ੍ਰੀਤ ਕਰ ਆਏ ਨ ਸਦਨਾ, ਕਦੇ ਪ੍ਰੀਤੀ ਨਾਲ ਆ ਕੇ ਘਰ ਬੈਠੇ ਨਹੀਂ, ਗੱਲਬਾਤ ਨਹੀਂ ਕੀਤੀ, ਇਸ ਕਰਕੇ ਕਿ ਜਿਵੇਂ ਬਗਾਨਿਆਂ ਵਾਂਗੂ ਮੇਰੇ ਨਾਲ ਵਰਤਾਓ ਕਰਦੇ ਨੇ। ਮੁਝ ਸੋ ਬੋਲਿਓ ਬਿਹਸ ਨਾ ਬਦਨਾ, ਕਦੇ ਵੀ ਹੱਸ ਕੇ ਕਦੇ ਗੱਲ ਨਹੀਂ ਕਰਨੀ, ਬਸ ਉਹੀ ਵਿਰਾਗੀ ਤਿਆਗੀ ਜੀ ਹੋ ਕੇ ਰਹਿਣਾ ਜਾਂ ਪਾਠ ਕਰਦੇ ਰਹਿਣਾ, ਇੱਧਰ ਨੂੰ ਧਿਆਨ ਹੀ ਨਹੀਂ ਜਿਨ੍ਹਾਂ ਦਾ, ਇਸ ਕਰਕੇ ਦੁੱਖ ਹੁੰਦਾ ਹੈ ਮੈਨੂੰ। ਹਿਰਦੇ ਮਨੋਰਥ ਕਿਸ ਢਿਗ ਭਾਖੋਂ, ਮੈਂ ਮੈਂ ਆਪਣੇ ਮਨ ਦਾ ਮਨੋਰਥ ਕਿਹਦੇ ਕੋਲ ਕਹਾਂ। ਕੋਈ ਦੁੱਖ ਸੁੱਖ ਦੀ ਗੱਲ ਕਰਨੀ ਹੈ, ਕੋਈ ਬੈਠ ਕੇ ਆਪਣਾ ਦੱਸਣਾ ਹੈ, ਕੋਈ ਪੇਕਿਆਂ ਦੀਆਂ ਗੱਲਾਂ, ਕੋਈ ਸਹੁਰਿਆਂ ਦੀਆਂ ਗੱਲਾਂ ਕਰਕੇ ਬੰਦਾ ਜੀ ਪਰਚਾਉਂਦਾ। ਸਾਰਾ ਦਿਨ ਇੱਥੇ ਮੈਂ ਬੈਠੀ ਡੁੰਨ ਬਣ ਕੇ ਬੈਠੀ ਰਹਿਣੀ ਆ, ਕੋਈ ਗੱਲ ਕਰਨ ਨੂੰ ਮੇਰੇ ਕੋਲ ਆਉਂਦਾ ਨਹੀਂ, ਕੋਈ ਗੱਲਬਾਤ ਕਰੇ ਆ ਕੇ ਹੱਸਣ ਖੇਡਣ। ਸੋ ਜੋ ਮੈਂ ਜ਼ਿੰਦਗੀ ਦੇ ਨਿਸ਼ਾਨਾ ਸੋਚਿਆ ਸੀ, ਵਿਆਹ ਕਰਾਵਾਂਗੇ, ਆਹ ਹੋਵੇਗਾ, ਉਹ ਜੀ ਤਾਂ ਇੱਥੇ ਕੋਈ ਗੱਲ ਹੀ ਨਹੀਂ ਹੈ। ਜਿਸ ਕੋ ਕਹੇ ਆਪਣੇ ਦੁੱਖ ਨਾਖੋਂ, ਜਿਹਨੂੰ ਜਾ ਕਰਕੇ ਮੈਂ ਆਪਣਾ ਜਿਹੜਾ ਹੈ ਦੁੱਖ ਦੂਰ ਕਰਾਂ ਦੱਸ ਕੇ। ਨਿਤ ਪ੍ਰਤ ਚਿੰਤਾ ਮਾਹਿ ਬਿਤਾਉ, ਮੈਂ ਰੋਜ਼ ਚਿੰਤਾ ਦੇ ਵਿੱਚ ਜੀਵਨ ਬਤੀਤ ਕਰਦੀ ਹਾਂ। ਨਿਜ ਬੇਦਨ ਜੀਅਰਾ ਤਪਤਾਉ, ਮੈਂ ਤਾਂ ਆਪਣੀ ਪੀੜਾ ਦੇ ਨਾਲ ਹੀ ਜੀਵਨ ਬਤੀਤ ਕਰ ਰਹੀ ਹਾਂ, ਤਪਦਾ ਮੇਰਾ ਮਨ। ਦੋਹਰਾ ਸੁਨਤ ਸੁਤਾ ਬਚ ਮਰਮ ਕੇ ਗਈ ਨਾਨਕੀ ਪਾਸ, ਇਹ ਭੇਦ ਦੇ ਬਚਨ ਜਦੋਂ ਸੁਣੇ ਜਾ ਕੇ ਬੇਬੇ ਨਾਨਕੀ ਕੋਲ, ਫਿਰ ਸਰਬ ਬ੍ਰਿਥਾ ਵਰਣਨ ਕਰੀ ਨੀਕੀ ਰੀਤ ਪ੍ਰਕਾਸ਼, ਸਾਰੀ ਬਿਰਥਾ ਪੀੜਾ ਵਰਣਨ ਕੀਤੀ, ਚੰਗੀ ਰੀਤੀ ਦੇ ਨਾਲ ਪ੍ਰਗਟ ਕੀਤੀ ਹੈ। ਸੋ ਪਈ ਕਹੈ ਨਾਨਕੀ ਮਾਸੀ ਸੁਣੀਏ, ਬੇਬੇ ਨਾਨਕੀ ਕਹਿਣ ਲੱਗੇ ਮਾਸੀ ਜੀ ਧਿਆਨ ਨਾਲ ਸੁਣੋ। ਤੇ ਸੁਭਾਏ ਨਿਸਠੁਰ ਬਹੁ ਜਨੀਏ, ਜਿਹੜਾ ਜਿਹੜਾ ਉਹਨਾਂ ਦਾ ਸੁਭਾਅ ਹੈ ਨਾ, ਭਾਵ ਤੇਰੀ ਧੀ ਦਾ ਸੁਭਾਅ ਕਹਿੰਦੇ ਨੇ, ਭਰਜਾਈ ਮੇਰੀ ਦਾ ਸੁਭਾਅ ਐਡਾ ਕੋਈ ਉਹਦਾ ਵੀ ਸੁਭਾਅ ਕੋਮਲ ਜਿਹਾ ਨਹੀਂ ਹੈਗਾ, ਕਠੋਰ ਹੋ ਕੇ ਬੈਠੀ ਰਹਿੰਦੀ ਆਕੜ ਕੇ। ਕੋਈ ਪਤਨੀ ਵਾਲੀ ਗੱਲ ਕਰੇ, ਕੋਈ ਚਰਨੀ ਹੱਥ ਲਾਉਣਾ, ਕੋਈ ਮਾਫੀ ਮੰਗਣੀ, ਕੋਈ ਹੱਥ ਜੋੜਨੇ, ਬਾਹਲੀ ਆਕੜ ਰੱਖਦੀ ਹੈ, ਨਿਮਰਤਾ ਨਹੀਂ ਦਿਖਾਉਂਦੀ। ਇਹ ਮਾਇਆ ਤੇ ਪਰਮੇਸ਼ਰ ਦੇ ਸੁਭਾਅ ਦਾ ਕਥਨ ਹੈ ਅਸਲ ਵਿੱਚ। ਕਰੋ ਆਵਾਹਨ ਹੋ ਕੇ ਕਾਲਾ, ਮੈਂ ਬੁਲਾਵਾਂਗੀ ਕਿਸੇ ਵਕਤ, ਉਹਨੂੰ ਸਮਝਾਵਾਂਗੀ
ਕਿ ਕਿਸ ਪ੍ਰਕਾਰ ਵੀਰ ਨਾਲ ਵਰਤਣਾ ਰੱਬ ਨਾਲ। ਨਹਿ ਆਵਹਿ ਤੇ ਜਾਵਿਦ ਸੰਚਾਲਾ। ਇਸ ਕਰਕੇ ਉਹਨੂੰ ਜਿਹੜੀ ਇਹ ਚਾਲ ਨਹੀਂ ਆਉਂਦੀ ਕਿ ਆ ਕਰਕੇ ਸਹੁਰੇ ਘਰ ਵਿੱਚ ਰਹੀਦਾ ਕਿਵੇਂ ਹੈ। ਜੇ ਆਵਹਿ ਨਿਜ ਸਹਿਜ ਸੁਭਾਈ। ਸੋ ਜੇ ਆਉਂਦੇ ਨੇ ਆਪਣੇ ਆਪ ਸਹਿਜ ਸੁਭਾਵਕ। ਮਨਾ ਕ੍ਰੋਧ ਸੋ ਕਰਤ ਲੜਾਈ। ਕੀ ਆ ਜਦੋਂ ਘਰ ਆਉਂਦੇ ਨੇ ਵੀਰ ਜੀ, ਕਸੂਰ ਮੈਂ ਤੈਨੂੰ ਦੱਸਦੀ ਆ ਕੀ ਆ, ਆਉਂਦੀ ਲੜਨ ਲੱਗ ਜਾਂਦੀ ਤਾਂ ਉਹ ਫਿਰ ਪੁੱਠਾ ਸਿੱਧਾ ਬੋਲਣਾ। ਤੇ ਵੀਰ ਜੀ ਕੀ ਕਰਦੇ ਨੇ, ਉਹ ਸ਼ਾਂਤ ਸੁਭਾਅ ਦੇ ਨੇ, ਉਹ ਹੱਸ ਕੇ ਘਰੋਂ ਫਿਰ ਚਲੇ ਜਾਂਦੇ ਨੇ। ਹਾਂ ਔਰ ਲੱਖ ਕਰ ਲਗ ਪਰਜਾਈ। ਇਸ ਕਰਕੇ ਮੈਂ ਛੋਟੀ ਭਰਜਾਈ ਜਾਣ ਕੇ ਕਰਾ ਤੋਸ਼ਨੀ ਸਮਾਂ ਬਿਤਾਈ। ਸਮਾਂ ਬਤੀਤ ਕਰਦੀ ਮੈਂ ਵੀ ਜਾਂਦੀ ਆ ਤਾਂ ਕ੍ਰੋਧ ਨਾਲ ਹੀ ਬਹੁਤ ਗੱਲਾਂ ਬੋਲਦੀ ਐ। ਇਸ ਕਰਕੇ ਸੁਭਾਅ ਨਹੀਂ ਠੀਕ, ਮਾਇਆਵੀ ਸੁਭਾਅ ਜਿਹੜਾ ਦਿਖਾਇਆ ਇਹ ਇੱਥੇ। ਸੋ ਐਸੀ ਇਸਤਰੀ ਇੱਕ ਰਾਮ ਉਪਾਈ, ਉਹੀ ਚੀਜ਼ ਨੂੰ ਇੱਥੇ ਸ਼ੋਅ ਕਰ ਰਹੇ ਨੇ ਕਵੀ ਜੀ ਕਿ ਕਿਸ ਪ੍ਰਕਾਰ ਮਾਥੈ ਤ੍ਰਿਕੁਟੀ ਬੋਲੇ ਕਰੂਰ। ਇਸ ਢੰਗ ਨਾਲ ਮਾਇਆ ਦਾ ਪਰਛਾਵਾਂ ਦੱਸ ਰਹੇ ਨੇ। ਸ਼ੁਭ ਖੱਤਰੀ ਕੀ ਤੰਨਿਆ ਕਰਕੇ। ਸ਼ੁਭ ਖੱਤਰੀ ਦੀ ਪੁੱਤਰੀ ਜਾਣ ਕਰਕੇ ਕਸ਼ਨਾ ਬਦਨ ਤੇ ਕਹਾਂ ਵਿਚਰ ਕੇ। ਮੈਂ ਬਦਨ ਮੁਖ ਵਿੱਚੋਂ ਕੁਛ ਨਹੀਂ ਕਹਿੰਦੀ, ਕਿਉਂਕਿ ਇੱਕ ਬੋਲੀ ਹੁੰਦੀ ਬੰਦੇ ਦੀ, ਇੱਕ ਨਿਮਰਤਾ ਹੁੰਦੀ ਆ। ਇਹ ਤਿੰਨ ਗੁਣ ਹੁੰਦੇ ਨੇ ਇਸਤਰੀ ਦੇ ਕਿ ਨਿਮ ਕੇ ਚੱਲਣਾ, ਮਿੱਠਾ ਬੋਲਣਾ, ਗੱਲ ਨੂੰ ਸਹਾਰ ਲੈਣਾ। ਉਹ ਤਿੰਨੇ ਗੱਲਾਂ ਨਹੀਂ ਹੈਗੀਆਂ ਹਲੇ। ਕਲਪਾ ਕਹਿ ਸਾਦਰ ਬੈਸਾਊ। ਸੋ ਇਸ ਤਰੀਕੇ ਨਾਲ ਕਹਿੰਦੇ ਜੁਗਤੀ ਦੇ ਨਾਲ ਗੱਲ ਕਹਿ ਕੇ ਕੋਮਲ ਭਾਵ ਦੇ ਵਿੱਚ। ਸੋ ਕਵੀ ਜੀ ਨੇ ਆਪਣੇ ਨਾਮ ਕੋਸ਼ ਵਿੱਚ ਕਲਪਾ ਦਾ ਅਰਥ ਸੁਰ ਨਾਲ ਮਿਲੀ ਹੋਈ ਸੁਰ ਲਿਖੀ ਹੈ। ਇਹ ਸੁਰ ਨਾਲ ਸੁਰ ਮਿਲਾ ਕੇ ਨਹੀਂ ਚੱਲਦੀ ਹੈ। ਜਿਹੜੀ ਗੱਲ ਅਸੀਂ ਕਰਦੇ ਹਾਂ ਉਦੋਂ ਪੁੱਠੀ ਗੱਲ ਕਰਨੀ ਹੈ। ਇਹ ਕਿਉਂ ਬੇਬੇ ਨਾਨਕੀ ਵੀ ਭਗਤ ਹੈ ਪ੍ਰਮਾਤਮਾ ਦੀ, ਇਸ ਕਰਕੇ ਭਗਤਾਂ ਤੇ ਸੰਸਾਰੀਆਂ ਜੋੜ ਕਦੇ ਨਾ ਆਇਆ। ਹੁਣ ਉਹਨਾਂ ਦਾ ਸੁਭਾਵ ਸੰਸਾਰੀ ਦਿਖਾਇਆ। ਬਾਬੇ ਕਲਿਆਣ ਚੰਦ ਦਾ ਸੁਭਾਵ ਸੰਸਾਰੀ ਹੈ। ਇਧਰੋਂ ਬਾਬਾ ਮੂਲ ਚੰਦ ਚੰਦੋ ਰਾਣੀ ਦਾ ਸੁਭਾਵ ਸੰਸਾਰੀ ਹੈ। ਇਧਰੋਂ ਮਾਤਾ ਸੁਲੱਖਣੀ ਦਾ ਸੁਭਾਵ ਦਿਖਾਇਆ ਸੰਸਾਰੀ। ਉਧਰੋਂ ਰਾਏ ਬਲਾਰ, ਬੇਬੇ ਨਾਨਕੀ, ਭਾਈਆ ਜੈ ਰਾਮ, ਇਹ ਇੱਕ ਸੁਰ 'ਚ ਬੋਲਦੇ ਨੇ। ਉਹ ਕਹਿੰਦੇ ਇਹ ਸਾਡੀ ਸੁਰ ਵਿੱਚ ਨਹੀਂ ਬੋਲਦੀ। ਕੋਈ ਪ੍ਰਮਾਤਮਾ ਦੀ ਗੱਲ ਨਹੀਂ, ਕੋਈ ਅੰਮ੍ਰਿਤ ਵੇਲਾ ਨਹੀਂ, ਕੋਈ ਨਿਤਨੇਮ ਨਹੀਂ, ਕੋਈ ਸਿਮਰਨ ਨਹੀਂ। ਹੁਣ ਇਹ ਤਾਂ ਹੌਲੀ ਹੌਲੀ ਰੀਤੀ ਚੱਲੇਗੀ। ਹਲੀ ਉਹ ਵਿਚਾਰੀ ਕਿਹੜਾ ਉੱਥੋਂ ਆਈ, ਕਹਿੰਦੇ ਵੀ ਜਿੱਥੇ ਪਿੱਛੇ ਬਹੁਤ ਸਿਮਰਨ ਹੋ ਰਿਹਾ। ਇਸ ਕਰਕੇ ਉਹੀ ਜਿਹੀ ਰੀਤੀ ਦਿਖਾ ਰਹੇ ਹਨ ਕਿ ਕਿਸ ਪ੍ਰਕਾਰ ਅੱਗੇ ਜਾ ਕੇ ਹੌਲੀ ਹੌਲੀ ਇਹਨਾਂ ਚੀਜ਼ਾਂ ਦੀ ਸਮਝ ਪਵੇਗੀ। ਹਰਖਤ ਰਹਿ ਦੇਖ ਸੁਖ ਪਾਊ। ਸੋ ਇਸ ਕਰਕੇ ਉਹ ਦੇਖ ਕੇ ਜੇ ਖੁਸ਼ ਹੋਣ ਤਾਂ ਫਿਰ ਬੰਦੇ ਨੂੰ ਸੁੱਖ ਆਉਂਦਾ। ਹਰਖਤ ਰਹਿ ਦੇਖ ਸੁਖ ਪਾਊ, ਦੇਖ ਕਰਕੇ ਬੰਦੇ ਨੂੰ ਸੁੱਖ ਪਾਉਣਾ ਚਾਹੀਦਾ। ਦੋਹਰਾ ਸੁਨ ਚੰਦੋ ਰਾਣੀ ਕਹਿਓ ਪਤ ਜੇ ਭਨਹਿ ਸੁਭ ਬੈਨ। ਚੰਦੋ ਰਾਣੀ ਸੱਸ ਕਹਿਣ ਲੱਗੇ ਬਈ ਜੇ ਪਤੀ ਜਿਹੜਾ ਹੈ ਉਹ ਸੋਹਣੇ ਬਚਨ ਬੋਲੇ ਆ ਕੇ। ਹੀਨ ਬਸਨ ਭੂਖਨ ਤੀਆ ਤਦਪ ਸੁਖ ਦਿਨ ਰੈਨ। ਮੈਂ ਕਹਿਨੀ ਆ ਵੀ ਜੇ ਪਤਨੀ ਦੇ ਕੋਲੇ ਨਾ ਹੋਵੇ ਕੋਈ ਚੀਜ਼, ਬਿਨਾ ਭਾਵ ਇੰਨੇ ਕੱਪੜਿਆਂ ਦੀ ਲੋੜ ਨਹੀਂ, ਗਹਿਣਿਆਂ ਦੀ ਲੋੜ ਨਹੀਂ, ਖਾਣ ਦੀ ਲੋੜ ਨਹੀਂ, ਸਿਰਫ ਇੱਕ ਮਿੱਠਾ ਬੋਲਣਾ, ਹੱਸ ਕੇ ਬੋਲਣਾ, ਦੁੱਖ ਸੁੱਖ ਬੰਦੇ ਦਾ ਸੁਣਨਾ। ਸੋਰਠਾ ਨਹਿਨ ਬਦਨ ਸਨਮਾਨ ਅਵਰ ਜੇ ਪਦਾਰਥ ਹੋਏ ਸਭ। ਭਾਵੇਂ ਹੁਣ ਘਰ ਦੇ ਵਿੱਚ ਸਾਰੇ ਪਦਾਰਥ ਹੋਣ, ਪਰ ਜੇ ਮੂੰਹ ਦੇ ਨਾਲ ਬੋਲ ਕੇ ਇਸਤਰੀ ਦਾ ਸਨਮਾਨ ਨਾ ਹੋਇਆ। ਜਲ ਬਿਨ ਜਿਉ ਕਨ ਜਾਏ ਬਾਤ ਬਾਦ ਹੋਨ ਤਿਨ ਤੋ ਤਥਾ। ਪਾਣੀ ਤੋਂ ਬਿਨਾਂ ਜਿਵੇਂ ਬੱਦਲ ਹੁੰਦੇ ਨੇ, ਐਵੇਂ ਚਿੱਟੇ ਜੇ ਬੱਦਲ ਆ ਕੇ ਲੰਘ ਜਾਂਦੇ ਨੇ। ਇਸ ਤਰ੍ਹਾਂ ਹੀ ਮੰਨੋ ਕਿ ਜੇ ਆਪਸ ਵਿੱਚ ਬੋਲ ਚਾਲ ਨਹੀਂ ਹੈ, ਪਿਆਰ ਪ੍ਰੇਮ ਨਹੀਂ ਹੈ, ਕੋਈ ਬੋਲਣਾ ਨਹੀਂ, ਇਸ ਤਰ੍ਹਾਂ ਜੋ ਚਾਹੁੰਦੇ ਨੇ ਸੰਸਾਰੀ ਜੀਵ ਜਿਵੇਂ ਹੋਵੇ, ਉਸ ਤਰ੍ਹਾਂ ਦਾ ਕੋਈ ਕਾਰਜ ਨਹੀਂ ਹੈ ਉੱਥੇ। ਚੌਪਾਈ ਕਬਨਾ ਸਦਨ ਮਹਿ ਬਦਨ ਦਿਖਾਵੈ ਹੈ। ਘਰ ਦੇ ਵਿੱਚ ਕਦੇ ਆਪਣੇ ਆ ਕੇ ਕਦੇ ਮੁੱਖ ਦਿਖਾਉਣਾ ਹੀ ਨਹੀਂ ਹੈ। ਜਿਸ ਬਾਸਰ ਸਭ ਬਹਿਰ ਬਿਤਾਵੈ ਹੈ। ਰਾਤ ਦਿਨ ਜੋ ਬਾਹਰ ਹੀ ਬਤੀਤ ਕਰਦੇ ਹਨ। ਨਹਿ ਬੋਲਤ ਤਿਹ ਸੋ ਕਬ ਆਈ। ਆ ਕਰਕੇ ਕਦੇ ਵੀ ਬਚਨ ਬਿਲਾਸ ਨਹੀਂ ਕਰਦੇ। ਮਨ ਸਮਝੋ ਆਪਣੇ ਪਰਥਾਈ। ਪਰਥਾਈ ਆਪਣੇ ਪਰਥਾਏ ਸਮਝੋ ਕਿ ਭਾਈਆ ਜੈ ਰਾਮ ਨਾਲ ਆ ਕੇ ਗੱਲਬਾਤ ਕਰੇ, ਤੁਹਾਡੇ ਨਾਲ ਬੋਲੇ ਨਾ। ਸੁਨ ਪਨ ਭਨਤ ਨਾਨਕੀ ਬਾਣੀ। ਫੇਰ ਇਸ ਤਰੀਕੇ ਨਾਲ ਬੇਬੇ ਨਾਨਕੀ ਨੇ ਬਚਨ ਕਿਹਾ। ਮ੍ਰਿਦਲ ਮਦਰ ਗੁਣ ਗਨ ਜਨ ਖਾਨੀ। ਮਾਨੋ ਬਹੁਤ ਹੀ ਜਿਵੇਂ ਜਿਸ ਪ੍ਰਕਾਰ ਮਾਨੋ ਸਾਰੇ ਗੁਣਾਂ ਦੀ ਖਾਣ ਜਿਹੜੀ ਮਿੱਠੀ ਬਾਣੀ ਬੋਲੀ ਬੇਬੇ ਨੇ। ਏ ਮਾਸੀ ਤੂੰ ਸਾਵਿਦ ਸਾਚੀ। ਮਾਸੀ ਤੂੰ ਸਾਰੇ ਤਰੀਕਿਆਂ ਨਾਲ ਸੱਚੀ ਐ, ਮੈਂ ਜਾਣਦੀ ਗੱਲ। ਸਭ ਤੰਨਿਆ ਪੀ ਸਾਚ ਉਬਾਚੀ। ਤੁਹਾਡੀ ਪੁੱਤਰੀ ਵੀ ਕਹਿੰਦੀ ਸੱਚ, ਜੋ ਕਹਿੰਦੀ ਸੱਚ ਹੈ ਉਹ। ਤਦਪ ਅਸ ਪ੍ਰਕਾਰ ਸਮਝਾਈਐ। ਤਾਂ ਵੀ ਇਸ ਤਰੀਕੇ ਨਾਲ ਉਹਨੂੰ ਸਮਝਾਉਣਾ ਕਰੋ ਆਪਣੀ ਪੁੱਤਰੀ ਨੂੰ। ਹੋਏ ਦੀਨ ਮਨ ਸੇਵ ਕਮਾਈਐ। ਇਹ ਪ੍ਰਮਾਤਮਾ ਹੈ, ਇਹਦੀ ਸੇਵਾ ਦੀਨ ਮਨੇ ਹੋ ਕੇ ਕਰਨੀ ਪੈਂਦੀ, ਨਿਮਰਤਾ ਨਾਲ। ਇਹ ਚੱਲਦੀ ਆਕੜ ਨਾਲ।
ਮਾਇਆ ਆਕੜ ਨਾਲ ਚੱਲੇਗੀ ਤਾਂ ਮਹਾਤਮਾ ਪਰੇ ਤਿਆਗ ਦਿੰਦੇ ਨੇ। ਸੋ ਇਸ ਕਰਕੇ ਕਹੋ ਨਾਨਕ ਜੋ ਤਿਆਗ ਦੇਈ ਤਬ ਉਹ ਚਰਨੀ ਆਏ ਪਈ। ਇਸ ਕਰਕੇ ਜੇ ਇਹ ਨਿਮਰਤਾ ਨਾਲ ਆਖੇ ਅੱਗੋਂ ਨੀਵੀਂ ਹੋ ਕੇ ਚੱਲੇ ਤਾਂ ਫਿਰ ਅੱਗੋਂ ਗੁਰੂ ਨਾਨਕ ਦੇਵ ਜੀ ਪ੍ਰਵਾਨ ਕਰਨਗੇ। ਇਹੀ ਗੁਰੂ ਘਰ ਦੀ ਮਰਿਆਦਾ। ਜੇ ਕੋਈ ਇੱਥੇ ਆਕੜ ਕੇ ਚੜ੍ਹ ਕੇ ਆਉਂਦਾ ਉਹ ਢਹਿ ਕੇ ਡਿੱਗ ਪੈਂਦਾ ਆਪਣੇ ਆਪ ਹੀ। ਹਮਾਯੂ ਚੜ੍ਹ ਕੇ ਆਇਆ ਦੂਜੇ ਪਾਤਸ਼ਾਹ ਤੇ ਉਹ ਵੀ ਉੱਥੇ ਹੀ ਡਿੱਗ ਪਿਆ ਸੀ। ਇਸ ਕਰਕੇ ਮਹਾਰਾਜ ਕਹਿੰਦੇ ਨੇ ਕਿ ਆਪਣੇ ਸਤਿਗੁਰਾਂ ਕੋਲੇ ਮਹਾਰਾਜ ਕੋਲੇ ਹਮੇਸ਼ਾ ਨੀਵੇਂ ਹੋ ਕੇ ਆਉਣਾ। ਜਿਹੜੇ ਹੰਕਾਰ ਵਿੱਚ ਰਹੇ ਉਹਨਾਂ ਨੇ ਕੁਝ ਵੀ ਨਹੀਂ ਲਿਆ। ਪਰਖੋਤਮ ਹੋਇ ਸੇਵ ਅਧੀਨਾ। ਇਹ ਪ੍ਰਮਾਤਮਾ ਸਰੂਪ ਹੈ। ਮੇਰਾ ਵੀਰ ਪ੍ਰਮਾਤਮਾ ਦਾ ਅਵਤਾਰ ਹੈ। ਇਸ ਕਰਕੇ ਇਹਦੀ ਅਧੀਨਗੀ ਨਾਲ ਸੇਵਾ ਕਰਨੀ ਚਾਹੀਦੀ ਹੈ। ਕਿਉ ਭਾਖਤ ਹੈ ਗੁਣੀ ਪ੍ਰਵੀਨਾ। ਤਰੀਕੇ ਨਾਲ ਕਹਿੰਦੀ ਸਿਆਣੇ ਬੰਦੇ ਇਉਂ ਕਹਿੰਦੇ ਨੇ ਵੀ ਪ੍ਰਖੋਤਮ ਦੀ ਸੇਵਾ ਅਧੀਨਗੀ ਰਹਿ ਕੇ ਕਰਨੀ ਚਾਹੀਦੀ ਹੈ, ਨਾ ਕਿ ਆਪਣੇ ਆਪ ਨੂੰ ਵੱਡਾ ਜਣਾਵੇ। ਪੈ ਪ੍ਰਸੰਨ ਦੀਨਨ ਪਰ ਦਿਆਲਾ। ਗਰੀਬਾਂ ਦੇ ਉੱਤੇ ਨਿਮਰਤਾ ਵਾਲਿਆਂ ਉੱਤੇ ਗੁਰੂ ਨਾਨਕ ਦੇਵ ਜੀ ਪ੍ਰਸੰਨ ਹੁੰਦੇ ਨੇ ਪ੍ਰਮਾਤਮਾ। ਕਬ ਨਾ ਮਿਟਾਵਹਿ ਬਿਰਥੀ ਘਾਲਾ। ਜੇ ਕੋਈ ਬੰਦਾ ਘਾਲ ਕਮਾਈ ਸੇਵਾ ਕਰੇ ਉਹਦੀ ਘਾਲ ਕਮਾਈ ਸੇਵਾ ਨੂੰ ਕਦੇ ਮੇਟਦੇ ਨਹੀਂ ਹਨ। ਹਾਥ ਬੰਦ ਹਾਂ ਭੀ ਤਹਿ ਕਹਿ ਹਾਂ। ਮੈਂ ਵੀ ਹੱਥ ਜੋੜ ਕੇ ਕਹਾਂਗੀ ਉਹਨਾਂ ਨੂੰ। ਔਰ ਮੈਂ ਡਰਤ ਸਦਾ ਹੀ ਰਹਿ ਹਾਂ। ਪਰ ਮੈਂ ਵੀ ਉਹਨਾਂ ਕੋਲੋਂ ਡਰਦੀ ਹਾਂ। ਮੈਂ ਅੱਗੇ ਕਦੇ ਗੁਰੂ ਨਾਨਕ ਦੇਵ ਜੀ ਦੇ ਬੋਲੀ ਨਹੀਂ ਹਾਂ। ਦੋਹਰਾ ਤੁਮ ਜਾਣੋਗੇ ਭਰਾਤ ਕੋ ਕਰਤ ਸਜਾ ਸਹਮ ਪਾਸ। ਸੋ ਤੁਸੀਂ ਜਾਣਦੇ ਹੋ ਭਰਾ ਨੂੰ ਕਿ ਉਹਨਾਂ ਦਾ ਜਸ ਕਰਦੇ ਵੀ ਮੇਰੇ ਆਪ ਦੇ ਵੀਰ ਦਾ ਆਪੇ ਜਸ ਕਰੀ ਜਾਂਦੀ ਆ, ਉਹ ਨਾ ਸਮਝਿਓ। ਹਉ ਨਾ ਲਖੋ ਸੋਦਰ ਤਿਸੈ ਪਰਮੇਸ਼ਰ ਸੰਕਾਸ਼। ਮੈਂ ਆਪਣੇ ਭਰਾ ਨੂੰ ਭਰਾ ਨਹੀਂ ਸਮਝਦੀ, ਮੈਂ ਆਪਣੇ ਭਰਾ ਨੂੰ ਪਰਮੇਸ਼ਰ ਜਾਣਦੀ। ਮੇਰਾ ਭਰਾ ਪਰਮੇਸ਼ਰ ਦੇ ਬਰੋਬਰ ਹੈ। ਚਉਪਈ ਨਿਹਚੈ ਸਤ ਜਾਣੋ ਮਨ ਮਾਸੀ। ਆ ਮਾਸੀ ਸੁਣ, ਮਨ ਦੇ ਅੰਦਰ ਇਹ ਗੱਲ ਸੱਚੀ ਜਾਣੀ। ਇਹ ਨਾ ਕਹੀਂ ਕਿ ਭਰਾ ਕਰਕੇ ਸਿਫਤ ਕਰਦੀ ਹੈ। ਮੇਰਾ ਵੀਰ ਸੱਚਮੁੱਚ ਹੀ ਪ੍ਰਮਾਤਮਾ ਹੈ। ਸਰਬ ਵਿਕਾਰ ਕੀਨ ਜਨ ਨਾਸੀ। ਸਾਰੇ ਵਿਕਾਰ ਜਿਨ੍ਹਾਂ ਨੇ ਆਪਣੇ ਅੰਦਰੋਂ ਨਾਸ ਕੀਤੇ ਹੋਏ ਨੇ। ਸੰਤ ਸਰੂਪ ਜੋ ਕਹੈ ਸੰਪੂਰਨ। ਸੋ ਇਸ ਤਰ੍ਹਾਂ ਜੋ ਕਹਿੰਦੇ ਨੇ ਉਹ ਪੂਰਾ ਵੀ ਹੋ ਜਾਂਦਾ। ਸੰਤ ਸਰੂਪ ਨੇ ਮੇਰੇ ਵੀਰ ਜੀ। ਰਹਿਤ ਡਰਤ ਹਮ ਲਖ ਔਰ ਕੂਰਨਾ। ਇਹ ਗੱਲ ਝੂਠੀ ਨਹੀਂ। ਅਸੀਂ ਸਾਰੇ ਤਾਈਓਂ ਡਰਦੇ ਹਾਂ। ਇਸ ਗੱਲੋਂ ਡਰਦੇ ਜੇ ਕੁਝ ਬੋਲਤਾ ਉਹੀ ਪੂਰਾ ਹੋ ਜਾਣਾ ਹੈ। ਅਬ ਜਾਵਹ ਤੁਮ ਤੇ ਪਛਤਾਤਾ। ਸੋ ਇਸ ਕਰਕੇ ਤੁਸੀਂ ਜਾਓ, ਹੁਣ ਚਲੇ ਜਾਓ। ਉਸ ਤੋਂ ਬਾਅਦ ਜਬ ਆਵਾਸ ਆਵਹਿ ਸ੍ਰੀ ਭਰਾਤਾ। ਜਦੋਂ ਭਰਾ ਜੀ ਹੁਣ ਘਰ ਆਉਣਗੇ ਕਰਵਾਵੇਂਗੀ ਬਹੁਤ ਦਿਲਾਸਾ। ਫਿਰ ਉਸ ਵਕਤ ਬਹੁਤ ਦਿਲਾਸਾ ਦੇਵਾਂਗੇ। ਤਬ ਤਨਿਆ ਕੋ ਨਾਨਕ ਪਾਸਾ। ਉਸ ਵਕਤ ਕਹਿੰਦੇ ਉਸ ਵਕਤ ਜਿਹੜੀ ਤਵ ਤਨਿਆ ਕੋ, ਜਿਹੜੀ ਤਨਿਆ ਤੋਂ ਭਾਵ ਪੁੱਤਰੀ ਹੈ ਬੇਬੇ ਸੁਲੱਖਣੀ, ਮਾਤਾ ਸੁਲੱਖਣੀ ਗੁਰੂ ਨਾਨਕ ਦੇਵ ਜੀ ਦੇ ਪਾਸ ਇਸ ਤਰੀਕੇ ਨਾਲ ਬਹੁਤ ਦਿਲਾਸਾ ਦਿਵਾਵਾਂਗੀ। ਉਹ ਵੀ ਦਿਲਾਸਾ ਦੇਣਗੇ ਵੀ ਜਿਹੜਾ ਕਾਰਜ ਕਰਨ ਆਏ ਹਾਂ ਸ੍ਰਿਸ਼ਟੀ ਤੇ ਉਹ ਕਾਰਜ ਅਸੀਂ ਕਰਨਾ ਹੈ। ਇਹ ਬਿਦ ਮਧੁਰ ਬਚਨ ਕਹੇ ਨਾਨਾ। ਨਾਨਾ ਪ੍ਰਕਾਰ ਦੇ ਜਿਹੜੇ ਮਧੁਰ ਮਿੱਠੇ ਮਿੱਠੇ ਬਚਨ ਸੀ ਉਸ ਵਕਤ ਕਹੇ ਨੇ। ਸ੍ਰੀ ਸੀਤਲ ਕਰੇ ਕ੍ਰੋਧ ਪਾਹਾਨਾ। ਠੰਡੀ ਠਾਰ ਕਰ ਦਿੱਤੀ, ਜਿਹੜਾ ਗੁੱਸਾ ਸੀ ਦੂਰ ਕੀਤਾ। ਬਹੁਰ ਸਨੇਹ ਸੰਗ ਸੁਖ ਸਾਨੀ। ਫੇਰ ਬੜੇ ਪਿਆਰ ਦੇ ਨਾਲ ਮਿਲੀ ਹੋਈ ਬਾਣੀ ਕਹੀ ਹੈ। ਜਗਮ ਪਰਸ ਪਰ ਬੋਲਹਿ ਬਾਣੀ। ਆਪਸ ਵਿੱਚ ਦੋਵੇਂ ਜਾਣੇ ਪਿਆਰ ਭਰੇ ਬਚਨ ਕਰਨ ਲੱਗੀਆਂ ਨੇ। ਉੱਠ ਕਰ ਆਈ ਤਨਿਆ ਪਾਸਾ। ਉੱਠ ਕਰਕੇ ਫਿਰ ਆਪਣੀ ਪੁੱਤਰੀ ਦੇ ਕੋਲ ਆ ਗਈ ਮਾਤਾ। ਸਮਝਾਈ ਬਹੁ ਦੀਨ ਦਿਲਾਸਾ। ਸਮਝਾਇਆ ਬਹੁਤ ਤਰੀਕੇ ਨਾਲ ਦਿਲਾਸਾ ਦਿੱਤਾ ਹੈ। ਕੰਤ ਤੋਏ ਨੀਕੋ ਸੁਭ ਕਰਮੀ। ਇਹ ਜਿਹੜਾ ਤੁਹਾਡਾ ਬੇਟੇ ਪਤੀ ਹੈ ਨਾ, ਇਹ ਐਸੇ ਆਮ ਬੰਦਿਆਂ ਵਰਗਾ ਨਹੀਂ ਹੈ। ਇਹ ਕਹਿੰਦੇ ਨੇ ਬਹੁਤ ਅੱਛੇ ਨੇ, ਬਹੁਤ ਸੁਭਾਅ ਇਹਨਾਂ ਦਾ ਅੱਛਾ ਹੈ, ਸੰਤ ਰੂਪ ਨੇ, ਦਾਨੀ ਪੁੰਨੀ ਨੇ। ਤੇ ਉਹਨਾਂ ਦੇ ਵਿੱਚ ਐਸਾ ਕਿ ਜੋ ਕੋਈ ਬਚਨ ਕਰ ਦਿੰਦੇ ਨੇ ਪੂਰਾ ਹੋ ਜਾਂਦਾ ਹੈ। ਇਸ ਕਰਕੇ ਸਾਰੇ ਡਰਦੇ ਨੇ। ਤੁਸੀਂ ਵੀ ਉਹਨਾਂ ਦੇ ਅੱਗੇ ਝੁੱਕ ਕੇ ਰਿਹਾ ਕਰੋ। ਤੁਸੀਂ ਇਹ ਨਹੀਂ ਕਰਨਾ ਕਿ ਸੰਸਾਰੀ ਪਤੀ ਜਾਣ ਕੇ ਉਸ ਤਰ੍ਹਾਂ ਦਾ ਵਿਵਹਾਰ ਕਰਨਾ ਹੈ। ਨਿਮਰਤਾ ਵਿੱਚ ਰਹੋਗੇ ਤਾਂ ਸਭ ਖੱਟ ਜਾਓਗੇ। ਪੂਰਬ ਕੋ ਉਦਾਰ ਦ੍ਰਿੜ ਧਰਮੀ। ਇਹ ਸ਼ੁਰੂ ਤੋਂ ਲੈ ਕੇ ਧਰਮੀ ਪੁਰਸ਼ ਹੈ। ਪਹਿਲਾਂ ਤੋਂ ਲੈ ਕੇ ਦ੍ਰਿੜਤਾ ਬੜੀ ਇਹਨਾਂ ਵਿੱਚ ਧਰਮ ਦੀ। ਇਸ ਕਰਕੇ ਤੁਸੀਂ ਰਹੇ ਨਹੀਂ ਧਰਮੀ ਬੰਦਿਆਂ ਵਿੱਚ, ਤਾਂ ਤੇ ਤੁਹਾਨੂੰ ਹੁਣ ਧਰਮੀ ਬਣਨਾ ਚਾਹੀਦਾ ਹੈ। ਤੂੰ ਨਹਿਰ ਘਰ ਹੋਤੀ ਦੁਲਾਰੀ। ਤੂੰ ਬਾਹਲੀ ਲਾਡਲੀ ਰੱਖੀ ਹੋਈ ਸੀ ਸਾਡੀ, ਉੱਥੇ ਆਕੜਾ ਕਰਦੀ ਸੀ, ਦਿਖਾਉਂਦੀ ਸੀ ਜੋ ਤੂੰ ਕਹਿੰਦੀ ਪਈ ਰਹਿਣਾ, ਕੰਮ ਨਾ ਕਰਨਾ। ਤੇ ਸਹੁਰੇ ਘਰ ਜਾ ਕੇ ਆਪਣੇ ਸੁਭਾਅ ਨੂੰ ਬਦਲਣਾ ਪੈਂਦਾ। ਨਹਿ ਜਾਣਹਿ ਕਛ ਸੇਵ ਪ੍ਰਕਾਰੀ। ਹੁਣ ਤੂੰ ਕੋਈ ਸੇਵਾ ਨਹੀਂ ਕੀਤੀ ਕਦੇ, ਕੰਮਕਾਰ ਨਹੀਂ ਕਰਨਾ। ਮਾਂ ਨੇ ਰੋਟੀਆਂ ਬਣਾਤੀਆਂ ਤੂੰ ਖਾ ਲੀਆਂ, ਕੱਪੜੇ ਧੋਤੇ ਮਾਂ ਨੇ ਤੂੰ ਪਾ ਲਏ। ਇੱਥੇ ਤਾਂ ਨਹੀਂ ਇਹ ਕੰਮ ਚੱਲਣਾ। ਇੱਥੇ ਸਾਰਾ ਕੰਮ ਆਪ ਕਰੀਦਾ ਹੁੰਦਾ। ਤੇਰਾ ਘਰ ਬਣ ਗਿਆ,
ਤੂੰ ਆਪਣੇ ਪਤੀ ਦੀ ਸੇਵਾ ਕਰ, ਨੀਵੀਂ ਹੋ ਕੇ ਚੱਲ। ਇਸ ਤਰ੍ਹਾਂ ਹੁਣ ਲੜਕੀ ਨਹੀਂ ਰਹੀ, ਤੂੰ ਪਤਨੀ ਬਣ ਗਈ। ਪਤਨੀ ਵਾਲੇ ਸ਼ੁਭ ਗੁਣ ਸਿੱਖੀ ਦੇ ਹੁੰਦੇ ਨੇ। ਅਬ ਮਨ ਸਮਝ ਸੇਵ ਪਤ ਕੀਜੈ। ਹੁਣ ਤੂੰ ਮਨ ਚ ਸਮਝ ਲੈ, ਫਿਰ ਪਤੀ ਦੀ ਸੇਵਾ ਕਰਨੀ। ਆਇਆਂ ਨੂੰ ਕਦੇ ਪਾਣੀ ਪੁੱਛਿਆ ਕਰ, ਕਦੇ ਜੋੜਾ ਝਾੜੀ ਦਾ ਹੁੰਦਾ, ਕਦੇ ਬਸਤਰ ਸਾਫ਼ ਕਰੀਦੇ ਹੁੰਦੇ ਆ। ਇਸ ਤਰ੍ਹਾਂ ਉਹਨਾਂ ਦਾ ਮਨ ਤੇਰੇ ਤੇ ਖੁਸ਼ ਹੋਵੇਗਾ ਵੀ ਹਾਂ ਇਹਦੇ ਚ ਨਿਮਰਤਾ ਹੈ, ਸੇਵਾ ਕਰਨ ਵਾਲੀ ਹੈ, ਮਿੱਠੇ ਬਚਨ ਬੋਲੀ ਦੇ ਹੁੰਦੇ ਨੇ। ਭਲੇ ਰਜਾਏ ਸਰਬ ਸੁਖ ਲੀਜੈ। ਪਰ ਰਜਾ ਕੇ ਖੁਸ਼ ਕਰ। ਪਹਿਲਾਂ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੂੰ, ਧਰਮੀ ਪੁਰਸ਼ ਹੈ ਨਾ, ਉਹਨੇ ਦਬਣਾ ਨਹੀਂ ਤੇਰੇ ਅੱਗੇ। ਧਰਮ ਜੋ ਆਪ ਹੀ ਆਇਆ ਸ੍ਰਿਸ਼ਟੀ ਉੱਤੇ ਪ੍ਰਮਾਤਮਾ ਹੈ, ਇਸ ਕਰਕੇ ਮਾਇਆ ਨੂੰ ਚਾਹੀਦਾ ਕੋਈ ਨੀਵੀਂ ਹੋ ਕੇ ਚੱਲੇ। ਪਤ ਕੀ ਸੇਵ ਕਰਤ ਤੀਏ ਜੇਤੀ। ਪਤਨੀ ਦਾ ਇਹ ਫਰਜ਼ ਹੈ ਪਤੀ ਦੀ ਜਿੰਨੀ ਸੇਵਾ ਕਰੇ, ਸੁਖੀ ਰਹਿਤ ਦੁਆਇ ਲੋਕਨ ਤੇਤੀ। ਉਹਨਾਂ ਦੋਨਾਂ ਲੋਕਾਂ ਵਿੱਚੋਂ ਸੁਖੀ ਹੀ ਰਹਿੰਦੀ ਹੈ। ਅਸ ਪ੍ਰਕਾਰ ਕੀ ਸੀਖ ਸਿਖਾਨੀ। ਇਸ ਤਰੀਕੇ ਦੀ ਜਿਹੜੀ ਸਿੱਖਿਆ ਸੀ ਸਿਖਾਉਣਾ ਕੀਤੀ ਮਾਂ ਨੇ। ਕਿਤਕ ਦਿਵਸ ਰਹਿ ਚੰਦੋ ਰਾਨੀ। ਕਿੰਨੇ ਕੁ ਦਿਨ ਮਾਤਾ ਚੰਦੋ ਰਾਣੀ ਉੱਥੇ ਰਹਿ ਕੇ। ਦੋਹਰਾ ਪੁਨ ਜਨਨੀ ਨਿਜ ਨਗਰ ਕੋ ਪ੍ਰਾਪਤ ਭਈ ਆਵਾਸ। ਫਿਰ ਮਾਤਾ ਉਸ ਵਕਤ ਚੰਦੋ ਰਾਣੀ ਆਪਣੇ ਨਗਰ ਨੂੰ ਵਾਪਸ ਆ ਕੇ ਆਪਣੇ ਘਰੇ ਆ ਗਈ। ਭਜ ਸੰਤੋਖ ਸਿੰਘ ਗੁਰ ਚਰਨ ਜਨਮ ਮਰਨ ਘਟ ਫਾਸ। ਕਵੀ ਸੰਤੋਖ ਸਿੰਘ ਜੀ ਕਹਿੰਦੇ ਨੇ ਕਿ ਜਿਹੜੀ ਆ ਜਨਮ ਮਰਨ ਦੀ ਫਾਹੀ ਕੱਟ ਲੈ ਸੰਤੋਖ ਸਿਆਂ, ਤੂੰ ਵੀ ਗੁਰੂ ਦੇ ਚਰਨਾਂ ਨੂੰ ਤੂੰ ਵੀ ਧਿਆਈ ਚੱਲ। ਦੋਹਰਾ ਅਮਲ ਕਮਲ ਦਲ ਲਲਤ ਚਖ ਸੁਰ ਸਰ ਜਲ ਸਮਦੇ। ਕਹਿੰਦੇ ਹੇ ਨਿਰਮਲ ਕਮਲ ਦੀ ਪੰਖੜੀ ਵਰਗੇ ਲਲਤ ਨੇਤਰਾਂ ਵਾਲੀ, ਜਿਸ ਦਾ ਜੋ ਸਰੂਪ ਹੈ ਗੰਗਾ ਦੇ ਜਲ ਵਰਗਾ ਸਵੱਛ ਹੈ। ਕਰਨ ਹਾਰ ਮੰਗਲ ਸਕਲ ਨਮਹਿ ਚਰਨ ਪਰ ਲੇਹੋ। ਜੋ ਸਾਰੀਆਂ ਖੁਸ਼ੀਆਂ ਦੇ ਕਰਨ ਵਾਲੀ ਆਪਣੇ ਚਰਨਾਂ ਪਰ ਮੇਰੀ ਨਮਸਕਾਰ ਸਵੀਕਾਰ ਕਰੋ। ਸ੍ਰੀ ਬਾਲਾ ਸੁੰਦਰ ਬਾਚ ਤੋਟਕ ਛੰਦ ਨਿਤ ਨਾਨਕ ਆਪਨ ਪੈਸੋ ਸੁ ਰਹਿ। ਧੰਨ ਗੁਰੂ ਨਾਨਕ ਦੇਵ ਜੀ ਹੱਟੀ ਉੱਤੇ ਹਰ ਰੋਜ਼ ਰਹਿੰਦੇ ਹਨ। ਜਿਹ ਹਿਰਨ ਤੇ ਅਗ ਓਗਦਾ ਹੈ। ਜਿਨ੍ਹਾਂ ਦਾ ਸਿਰਫ ਦਰਸ਼ਨ ਕਰਨ ਨਾਲ ਹੀ ਸਾਰੇ ਸਮੂਹ ਪਾਪ ਚਲੇ ਜਾਂਦੇ ਨੇ। ਅਗਨ ਓਗ ਹਰਤਾ ਜਾਪ ਸਾਹਿਬ ਚਾਹੁੰਦਾ, ਕਈ ਇਹ ਪਾਠ ਬਾਰੇ ਪੁੱਛਦੇ ਰਹਿੰਦੇ ਨੇ। ਅਗ ਓਗ ਦਹੈ, ਇੱਥੇ ਵੀ ਉਹੀ ਪਾਠ ਆਇਆ। ਪਾਪ ਜਿਹੜੇ ਨੇ ਅਗ ਪਾਪ ਤੇ ਓਗ ਹੁੰਦਾ ਸਾਰੇ। ਅਗਨ ਓਗ ਹਰਤਾ, ਸਾਰੇ ਪਾਪਾਂ ਨੂੰ ਨਾਸ਼ ਕਰਦੇ ਗੁਰੂ ਨਾਨਕ ਦੇਵ ਦੇ ਦਰਸ਼ਨ। ਕਰਨਾ ਕਰ ਡੀਠ ਪਿਖੈ ਜਿਹ ਕੋ। ਸੋ ਕਿਰਪਾ ਕਰਕੇ ਕਿਰਪਾ ਦ੍ਰਿਸ਼ਟੀ ਨਾਲ ਜਿਹਦੇ ਵੱਲ ਇੱਕ ਵਾਰ ਤੱਕ ਲੈਂਦੇ ਹਨ। ਭਾਵ ਸਿੰਧ ਉਧਾਰ ਕਰੈ ਤਿਹ ਕੋ। ਉਹਨੂੰ ਸੰਸਾਰ ਸਾਗਰ ਤੋਂ ਮਹਾਰਾਜ ਜੀ ਪਾਰ ਕਰ ਦਿੰਦੇ ਨੇ। ਇੱਕ ਦਿਵਸ ਗਏ ਭਗਨੀ ਸਦਨੰ। ਇੱਕ ਦਿਨ ਭੈਣ ਜੀ ਦੇ ਘਰ ਗਏ ਗੁਰੂ ਨਾਨਕ ਦੇਵ ਜੀ। ਬਿਨ ਅੰਕ ਮਯੰਕ ਬਨਿਓ ਬਦਨੰ। ਬਹੁਤ ਸੁੰਦਰ, ਜਿਨ੍ਹਾਂ ਦਾ ਚੰਦਰਮਾ ਵਰਗਾ ਬਿਨਾਂ ਕਲੰਕ ਤੋਂ ਚਿਹਰਾ ਹੈ। ਪਦ ਮੰਦ ਹੈ ਮੰਦ ਧਰੈ ਧਰਨੀ। ਬਹੁਤ ਹੌਲੀ ਹੌਲੀ ਚਰਨ ਜਿਹੜੇ ਧਰਤੀ ਦੇ ਉੱਤੇ ਰੱਖਦੇ ਰੱਖਦੇ ਜਾ ਰਹੇ ਨੇ। ਉਪਮਾ ਅਰਬਿੰਦ ਭਲੇ ਭਰਣੀ। ਕਹਿੰਦੇ ਉਹਨਾਂ ਦੀ ਉਪਮਾ ਕੀ ਕਰਾਂ, ਕਮਲ ਦੇ ਫੁੱਲ ਵਾਂਗੂ ਬੜੇ ਸੁੰਦਰ ਚਰਨ ਨੇ। ਭਗਨੀ ਪਿਖ ਸ੍ਰੀ ਮੁਖ ਕੋ ਹਰਖੀ। ਉਸ ਵਕਤ ਭੈਣ ਜੀ ਬੇਬੇ ਨਾਨਕੀ ਜੀ ਦੇਖ ਕੇ ਗੁਰੂ ਨਾਨਕ ਦੇਵ ਦੇ ਦਰਸ਼ਨ ਬਹੁਤ ਖੁਸ਼ ਹੋਈ। ਜਨ ਆਨੰਦਤਾ ਜਗ ਕੀ ਕਰਖੀ। ਮਨ ਨੂੰ ਸਾਰੇ ਜਗ ਦੀ ਆਨੰਦਤਾ ਆ ਗਈ, ਮਿਲ ਗਈ ਆ ਕੇ। ਤੁਲਸਾ ਪ੍ਰਿਯੰਕਾ ਮਨਯੋਗ ਦਸਾ। ਤੁਲਸਾ ਦਾਸੀ ਨੇ ਸੋਹਣਾ ਪਲੰਗ ਜਿਹੜਾ ਸੀ ਡਾਉਣਾ ਕੀਤਾ ਉਸ ਵਕਤ। ਬੈਸ ਗਈ ਕਹਿ ਬੈਨ ਸੁਸਾ। ਉਸ ਵਕਤ ਕੋਲ ਬੈਠ ਗਈ ਤੇ ਇਸ ਤਰੀਕੇ ਨਾਲ ਕਹਿਣ ਲੱਗੀ, ਸੁਸਾ ਤੋਂ ਭਾਵ ਭੈਣ ਜੀ ਬਚਨ ਕਰਨ ਲੱਗੇ। ਬੈਨ ਹੋਊ ਤਾਂ ਨਿਕੇਤ ਧਰੇ ਚਰਣਾ। ਕਹਿਣ ਲੱਗੇ ਉਸ ਵਕਤ ਮਹਾਰਾਜ ਸੱਚੇ ਪਾਤਸ਼ਾਹ ਨੂੰ ਕਿ ਅੱਜ ਬਿਨਾਂ ਸੱਦੇ ਹੀ ਘਰ ਵਿੱਚ ਚਰਨ ਪਾਏ ਨੇ ਆਪ ਨੇ। ਮਨ ਜਾਣਤ ਹਾਂ ਜੇ ਭਈ ਕਰੁਣਾ। ਅੱਜ ਤਾਂ ਲੱਗਦਾ ਵੀਰ ਦਿਆਲਤਾ ਵਿੱਚ ਆਇਆ ਹੋਇਆ। ਅੱਜ ਤੁਸੀਂ ਕਿਰਪਾ ਕਰਕੇ ਆਪ ਹੀ ਚਰਨ ਪਾ ਤੇ ਬਿਨਾਂ ਬੁਲਾਇਆ ਹੀ। ਮੁਖ ਹਿਰਨ ਕੇ ਚਿਤ ਚਾਹੇ ਸਦਾ। ਦੇਖਣ ਦੀ ਚਿੱਤ ਵਿੱਚ ਸਦਾ ਹੀ ਮੇਰੇ ਚਾਹਨਾ ਬਣ ਰਹਿੰਦੀ ਵੀਰ ਜੀ ਤੁਹਾਨੂੰ। ਨਿਤ ਯਾਦ ਕਰੋ ਤੁਮ ਆਪ ਤਦਾ। ਮੈਂ ਰੋਜ਼ ਤੁਹਾਨੂੰ ਯਾਦ ਕਰਦੀ, ਵੀ ਜਦੋਂ ਯਾਦ ਕਰਦੀ ਤੁਸੀਂ ਦਰਸ਼ਨ ਦੇ ਹੀ ਦਿੰਦੇ ਹੋ। ਪਨ ਨਾਨਕ ਬੈਨ ਭਨੇ ਸੁਣੀਏ। ਉਸ ਵਕਤ ਗੁਰੂ ਨਾਨਕ ਸਾਹਿਬ ਨੇ ਬਚਨ ਕਹੇ, ਭੈਣ ਜੀ ਸੁਣੋ। ਨਿਜ ਦਾਸ ਸਦਾ ਹਮਕੋ ਜਨੀਏ। ਉਲਟੀ ਗੱਲ ਕਰਦੇ ਨੇ, ਕਹਿੰਦੇ ਮੈਨੂੰ ਤਾਂ ਆਪਣਾ ਦਾਸ ਸਮਝੋ ਸਦਾ ਹੀ, ਮੈਂ ਤਾਂ ਤੁਹਾਡਾ ਛੋਟਾ ਵੀਰ ਹਾਂ। ਅਬਲਾਖ ਕਾਰਨ ਕੀ ਕਰਹਾਂ। ਇਸ ਕਰਕੇ ਜਿਹੜਾ ਹੈ ਨਾ ਇੱਛਾ ਕਰਦੀਆਂ ਸੱਦਣ ਦੀ ਹਮੇਸ਼ਾ, ਉਹ ਪੁੰਨ ਨਾਨਕ ਬੈਨ ਭਨੇ। ਇਸ ਤਰੀਕੇ ਨਾਲ ਬਚਨ ਕਹੇ ਹਨ। ਬੇਬੇ ਨਾਨਕੀ ਜੀ ਕਹਿੰਦੀ ਅਬਲਾਖਾ ਕਰਦੀ ਬੁਲਾਉਣ ਦੀ ਸਦਾ ਹੀ। ਤਬ ਤੂਰਨ ਆਓ ਨਾ ਮੈਂ ਟਰਹਾਂ। ਕਦੋਂ ਛੇਤੀ ਆ ਜਾਂਦੇ ਹੋ, ਨਾ ਮੈਂ ਟਰ ਹਾਂ। ਮੈਂ ਛੇਤੀ ਆ ਜਾਂਦਾ ਹਾਂ।
ਟਲਦਾ ਨਹੀਂ ਹਾਂ। ਤੁਸੀਂ ਜਦੋਂ ਮੈਨੂੰ ਯਾਦ ਕਰਦੇ ਹੋ, ਦਾਸਾ ਭਾਵ ਹੈ ਜਣਾਇਆ ਗੁਰੂ ਨਾਨਕ ਸਾਹਿਬ ਨੇ ਆਪਣਾ ਕਿ ਸਾਡੇ 'ਚ ਦਾਸਾ ਭਾਵ ਹੋਣਾ ਚਾਹੀਦਾ। ਮਹਾਰਾਜ ਸੱਚੇ ਪਾਤਸ਼ਾਹ ਦਾਸਾ ਭਾਵ ਬਹੁਤ ਰੱਖਦੇ ਨੇ ਮਨ ਦੇ ਵਿੱਚ, ਕਹਿੰਦੇ ਮੈਂ ਟਲਦਾ ਨਹੀਂ ਹਾਂ। ਜਦੋਂ ਵੀ ਬੇਬੇ ਤੂੰ ਯਾਦ ਕਰਦੀ ਹੈ ਮੈਂ ਆਉਂਦਾ ਹਾਂ। ਕੱਲ੍ਹ ਨੂੰ ਸ਼ਰਵਣ ਕਰਾਂਗੇ ਕਿਸ ਪ੍ਰਕਾਰ ਸਤਿਗੁਰੂ ਮਹਾਰਾਜ ਬਖਸ਼ਿਸ਼ ਕਰਨਗੇ। ਧੰਨ ਗੁਰੂ ਨਾਨਕ ਦੇਵ ਜੀ ਦੇ ਜੀਵਨ 'ਚੋਂ ਡੂੰਘਾਈ ਪੂਰਵਕ ਜੇ ਜਾਣੀਏ ਤਾਂ ਬਹੁਤ ਕੁਝ ਮਿਲ ਜਾਂਦਾ। ਆਪਣੇ ਘਰ ਦੇ ਘਰੇਲੂ ਜੀਵਨ ਦੀਆਂ ਵੀ ਬਹੁਤ ਸਾਰੀਆਂ ਚੀਜ਼ਾਂ ਸਾਹਮਣੇ ਆ ਜਾਂਦੀਆਂ ਨੇ। ਜ਼ਿੰਦਗੀ ਦੇ ਵਿੱਚ ਕਿਵੇਂ ਰਹਿਣਾ ਚਾਹੀਦਾ ਆਪਾਂ ਨੂੰ, ਉਹ ਵੀ ਸਾਰਾ ਕੁਝ ਦੱਸਦੇ ਨੇ। ਕਿਉਂਕਿ ਧਰਮ ਨੂੰ ਕਮਾਉਂਦਿਆਂ ਹੋਇਆਂ, ਗ੍ਰਸਥ ਜੀਵਨ ਨੂੰ ਨਾਲ ਬਿਤਾਉਂਦਿਆਂ ਹੋਇਆਂ, ਨਾਲ ਨਾਲ ਆਪਣਾ ਕੰਮ ਕਰਦਿਆਂ ਤੇ ਨਾਲ ਸੰਸਾਰ 'ਚ ਪ੍ਰਚਾਰ ਵੀ ਕਰਨਾ, ਇਹ ਸਾਰਾ ਕੁਝ ਗੁਰੂ ਨਾਨਕ ਦੇਵ ਜੀ ਆਪੇ ਹੀ ਸਾਨੂੰ ਇਤਿਹਾਸ ਰਾਹੀਂ ਦੱਸੀ ਜਾਂਦੇ ਨੇ। ਆਪਣੇ ਜੀਵਨ ਨੂੰ ਬਤੀਤ ਕਰਨਾ, ਦਾਨ ਪੁੰਨ ਕਰਨਾ ਤੇ 24 ਘੰਟੇ ਸਿਮਰਨ ਕਰਨਾ ਵੀ ਨਾਲ ਹੀ ਦੱਸਦੇ ਮਹਾਰਾਜ। ਵਾਹਿਗੁਰੂ 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 ਵਾਹਿਗੁਰੂ